ਵਾਹਿਗੁਰੂ 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 ਵਾਹਿਗੁਰੂ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਇਹੋ ਜਿਹਾ ਸਮਾਂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਅਥਵਾ ਦੂਰ ਦੁਰਾਡਿਆਂ ਤੋਂ ਦੇਸ਼ ਵਿਦੇਸ਼ਾਂ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਗੁਰੂ ਕੇ ਪਾਵਨ ਸਰੋਵਰ ਵਿੱਚ ਬੇਅੰਤ ਸੰਗਤਾਂ ਇਸ਼ਨਾਨ ਕਰਕੇ ਜਨਮਾਂ ਜਨਮਾਤਰਾਂ ਦੇ ਪਾਪ ਖੰਡਨ ਕਰਵਾ ਰਹੀਆਂ ਹਨ। ਸਤਿਗੁਰੂ ਦੀ ਬਖਸ਼ਿਸ਼ ਨਾਲ ਇਸ ਭਾਗ ਪ੍ਰਾਪਤ ਹੁੰਦਾ ਹੈ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਚਮ ਪਾਤਸ਼ਾਹ ਜੀ ਨੇ ਸਗਲ ਲੋਕਾਈ ਵਾਸਤੇ ਮਹਾਨ ਪਵਿੱਤਰ ਉਪਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ। ਉਸ ਦੀ ਕਥਾ ਦਾ ਸਮਾਂ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਆਓ ਮਿਲ ਕੇ ਮਨ ਬਿਰਤੀਆਂ ਚਿੱਤ ਨੂੰ ਇਕਾਗਰ ਕਰੀਏ, ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦੇ ਰੂਪ ਝੋਲੀ ਵਿੱਚ ਪੈ ਸਕੇ, ਸਤਿਗੁਰੂ ਦੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੋ ਸਕਣ। ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ। ਟੋਡੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 711 ਦੇ ਉੱਪਰ ਸਤਿਗੁਰੂ ਜੀ ਇਹ ਮਹਾਨ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਹੀਦਾਂ ਦੇ ਸਤਿਕਾਰ ਸਰਤਾਜ ਸਤਿਗੁਰੂ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਹਨ ਕਿ ਭਾਈ ਜ਼ਿੰਦਗੀ ਦਾ ਸਮਾਂ ਬੀਤ ਰਿਹਾ ਹੈ, ਇਸ ਨੂੰ ਲੇਖੇ ਵਿੱਚ ਲਾਉਣਾ ਚਾਹੀਦਾ ਹੈ। ਤਾਂ ਸਤਿਗੁਰੂ ਦੇ ਪਾਸ ਜਦੋਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਫਰਿਆਦ ਕੀਤੀ, ਰਜੋਈ ਕੀਤੀ ਕਿ ਮਹਾਰਾਜ ਜੀ ਆਪ ਕਿਰਪਾ ਕਰੋ, ਮਿਹਰ ਕਰੋ, ਸਾਡਾ ਸਮਾਂ ਕਿਸ ਢੰਗ ਨਾਲ ਬਤੀਤ ਹੋਵੇ,
ਕੀ ਢੰਗ ਉਪਰਾਲੇ ਵਰਤਣੇ ਚਾਹੀਦੇ ਹਨ, ਕੀ ਯਤਨ ਕਰਨੇ ਚਾਹੀਦੇ ਹਨ। ਤਾਂ ਸਤਿਗੁਰੂ ਨੇ ਦੁਨੀਆ ਦੀਆਂ ਉਦਾਹਰਨਾਂ ਦੇ ਕੇ ਕਿਹਾ ਕਿ ਭਾਈ ਧਿਆਨ ਨਾਲ ਇਹਨਾਂ ਗੱਲਾਂ ਨੂੰ ਵਿਚਾਰੋ। ਤਾਂ ਸਤਿਗੁਰੂ ਜੀ ਉਪਦੇਸ਼ ਬਖਸ਼ਦਿਆਂ ਹੋਇਆਂ ਟੋਡੀ ਰਾਗ ਦੇ ਵਿੱਚ ਆਪ ਬਖਸ਼ਿਸ਼ ਕਰ ਰਹੇ ਹਨ। ਹਰ ਬਿਸਰਤ ਸਦਾ ਖੁਆਰੀ, ਕਿ ਅਸੀਂ ਪਹਿਲਾਂ ਹੀ ਪਰਮਾਤਮਾ ਨਾਲੋਂ ਵਿਛੜੇ ਹੋਏ ਹਾਂ, ਜਿਹਦੇ ਕਰਕੇ 84 ਲੱਖ ਜੂਨਾਂ ਦੀ ਖੁਆਰੀ ਭੋਗਣੀ ਪਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੀ ਕਿਰਤ ਦੇ ਕਾਰਨ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਭਾਈ ਇਸ ਸੰਸਾਰ ਵਿੱਚ ਆ ਕੇ ਵੀ ਜੇ ਪ੍ਰਭੂ ਭਗਤੀ ਤੋਂ ਤੂੰ ਵਾਂਝਾ ਹੀ ਰਹਿ ਗਿਆ ਤੇ ਦੇਖ, ਕੋਈ ਰਾਜ ਪ੍ਰਾਪਤ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਧਨ ਦੌਲਤ ਪ੍ਰਾਪਤ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੂੰ ਪ੍ਰਭੂ ਨਾਮ ਨੂੰ ਵਿਸਾਰ ਦਿੱਤਾ ਤਾਂ ਫਿਰ ਅਖੀਰ ਨੂੰ ਖੁਆਰੀ ਹੋਵੇਗੀ, ਤੇਰੀ ਜੈ ਜੈਕਾਰ ਨਹੀਂ ਹੋਵੇਗੀ। ਕਿਉਂਕਿ ਜੈਕਾਰ ਕੀਓ ਧਰਮੀਆਂ ਕਾ, ਮਹਾਰਾਜ ਧਰਮੀਆਂ ਦਾ ਜੈ ਜੈਕਾਰ ਕਰਦੇ ਨੇ, ਉਹਨਾਂ ਦੀ ਸੋਭਾ ਦੂਣ ਸਵਾਈ ਲੋਕ ਪ੍ਰਲੋਕ ਵਿੱਚ ਹੁੰਦੀ ਹੈ। ਪਰ ਜੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤਾਂ ਹਜ਼ੂਰ ਫਰਮਾਉਂਦੇ ਨੇ ਇਸ ਲੋਕ ਵਿੱਚ ਵੀ ਤਾਂ ਪ੍ਰਲੋਕ ਵਿੱਚ ਵੀ ਖੁਆਰੀ ਹੋਵੇਗੀ। ਤਾ ਕਉ ਧੋਖਾ ਕਹਾ ਵਿਆਪੈ। ਸਤਿਗੁਰੂ ਜੀ ਕਿਰਪਾ ਕਰੋ। ਜਿਵੇਂ ਅਸੀਂ ਪਦਾਰਥਾਂ ਵਿੱਚ ਭੁੱਲ ਜਾਂਦੇ ਹਾਂ, ਦੁਨੀਆ ਦੀ ਪ੍ਰਦਰਸ਼ਨੀ ਵਿੱਚ ਭੁੱਲ ਜਾਂਦੇ ਹਾਂ, ਮੋਹ ਮਾਇਆ ਦੇ ਲਾਲਚ ਵਿੱਚ ਪੈ ਜਾਂਦੇ ਹਾਂ, ਤੇ ਫਿਰ ਪਰਮਾਤਮਾ ਦਾ ਨਾਮ ਜਪਦੇ ਵੀ ਸਾਨੂੰ ਇਹ ਵਕਾਰ ਛੱਡਦੇ ਨਹੀਂ। ਆਪ ਜੀ ਰਹਿਮਤ ਕਰੋ, ਕਿਰਪਾ ਕਰੋ ਵੀ ਇਹਨਾਂ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋ ਸਕਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਪ੍ਰਭੂ ਦੇ ਭਗਤਾਂ ਨੂੰ, ਉਹਨਾਂ ਜਗਿਆਸੂਆਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਜੀਵਾਂ ਨੂੰ ਇਹ ਵਕਾਰ ਧੋਖਾ ਨਹੀਂ ਦੇ ਸਕਦੇ, ਇਹ ਦੁਨੀਆ ਵੀ ਧੋਖਾ ਨਹੀਂ ਦੇ ਸਕਦੀ, ਉਹਨਾਂ ਨੂੰ ਵੱਡੇ ਵੱਡੇ ਰਾਜ ਸੱਤਾ ਦੇ ਮਾਲਕ ਲੋਕ ਵੀ ਧੋਖਾ ਨਹੀਂ ਦੇ ਸਕਦੇ। ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਜਮ ਲੋਕ ਵੀ ਧੋਖਾ ਨਹੀਂ ਦੇ ਸਕਦੇ। ਤਾਂ ਕੋਈ ਧੋਖਾ ਕਹਾਂ ਵਿਆਪੈ, ਉਹਨਾਂ ਨੂੰ ਪੋਹ ਹੀ ਨਹੀਂ ਸਕਦਾ, ਧੋਖਾ ਨੇੜੇ ਵੀ ਨਹੀਂ ਆ ਸਕਦਾ, ਉਹਨਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜਾ ਕਉ ਓਟ ਤੁਹਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਹੇ ਪ੍ਰਭੂ ਪਰਮਾਤਮਾ ਤੇਰੀ ਓਟ ਲੈ ਲਈ, ਤੇਰੀ ਓਟ ਤਕਾ ਲਈ ਜਿਨ੍ਹਾਂ ਨੇ, ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਇਸ ਵਾਸਤੇ ਇੱਕੋ ਇੱਕ ਪਰਮਾਤਮਾ ਦੇ ਨਾਮ ਦੀ ਓਟ ਤਕਾਉਣੀ ਚਾਹੀਦੀ ਹੈ। ਹੋਰ ਮਿੜੀਆਂ ਮਸਾਣੀਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ। ਕੇਵਲ ਸਤਿਗੁਰੂ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਨਾ ਮਹਾਰਾਜ ਨੇ, ਗੁਰੂ ਕੇ ਸਿੱਖ ਕਹਾਉਣ ਵਾਲੇ ਅੰਮ੍ਰਿਤ ਵੇਲੇ ਉੱਠਣ, ਨਾਮ ਜਪਣ, ਵਾਹਿਗੁਰੂ ਦੀ ਬੰਦਗੀ ਕਰਨ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ, ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ, ਇਹ ਸਾਨੂੰ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ। ਇਸ ਕਰਕੇ ਉਸ ਦੀ ਓਟ ਤਕਾਉਣੀ ਚਾਹੀਦੀ ਹੈ। ਪਰਮਾਤਮਾ ਦੀ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਬਿਨ ਸਿਮਰਨ ਜੋ ਜੀਵਨ ਬਲਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਉਮਰ ਪਈ ਹੈ, ਪ੍ਰਭੂ ਦਾ ਸਿਮਰਨ ਤਾਂ ਕਦੋਂ ਵੀ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਸਮਾਂ ਬੀਤ ਰਿਹਾ, ਹੋ ਸਕਦਾ ਉਮਰ ਬਹੁਤ ਲੰਮੀ ਹੋਵੇ, ਪਰ ਇਹ ਵੀ ਹੋ ਸਕਦਾ ਕਿ ਉਮਰ ਬਹੁਤੀ ਲੰਮੀ ਨਾ ਹੋਵੇ। ਹਰ ਜਪਦਿਆਂ ਖਿਨ ਢਿੱਲਣਾ ਕੀ ਚਾਹੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਹੋਵੇ ਕਿ ਨਾ ਆਵੇ ਰਾਮ। ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ, ਪਰ ਮੰਨ ਵੀ ਲਈਏ ਕਿ ਉਮਰ ਬਹੁਤ ਲੰਮੀ ਹੋ ਜਾਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ। ਕਹਿੰਦੇ ਭਾਈ ਬਿਨਾਂ ਸਿਮਰਨ ਤੋਂ ਈਰਖਾ ਦੀ ਅੱਗ ਵਿੱਚ ਜਿਵੇਂ ਚੁੱਲ੍ਹਿਆਂ 'ਚ ਬਾਲਣ ਬਲਦਾ ਨਾ, ਕਹਿੰਦੇ ਇਸ ਤਰ੍ਹਾਂ ਜਿਹੜੀ ਜੀਵ ਆਤਮਾ ਹੈ ਈਰਖਾ ਦੇ ਵਿੱਚ ਹੀ ਸੜੀ ਜਾਂਦੀ ਹੈ, ਵਕਾਰਾਂ ਦੇ ਵਿੱਚ ਭੁੱਜ ਰਹੀ ਹੈ। ਬਿਨਾਂ ਸਿਮਰ ਤੋਂ ਇਹ ਜੀਵ ਆਤਮਾ ਦਾ ਟਿਕਾਣਾ ਨਹੀਂ, ਇਸ ਲੰਮੀ ਉਮਰ ਦਾ ਕੋਈ ਫਾਇਦਾ ਨਹੀਂ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਸਿਮਰ ਤੋਂ ਕਹਿੰਦੇ ਭਾਈ ਇਹ ਜਿਹੜਾ ਸਾਡਾ ਜੀਵਨ ਹੈ ਇੱਕ ਬਾਲਣ ਦੀ ਨਿਆਈ ਹੈ। ਸਰਪ ਜੈਸੀ ਅਰਜਾਰੀ। ਕਹਿੰਦੇ ਆਰਜਾ ਤੇ ਭਾਵੇਂ ਸੱਪਾਂ ਦੀ ਬੜੀ ਹੁੰਦੀ ਹੈ,
ਬਹੁਤ ਵੱਡੀ ਉਮਰ ਭੋਗ ਲੈਂਦੇ ਨੇ, ਪਰ ਜਿਹੜੇ ਅਜਗਰ ਸੱਪ ਹੁੰਦੇ ਨਾ, ਇਹਨਾਂ ਦੀ ਉਮਰ ਬਹੁਤ ਹੀ ਲੰਮੀ ਮੰਨੀ ਗਈ ਆ। ਜਿਵੇਂ ਜਿਵੇਂ ਇਹਦੀ ਉਮਰ ਵੱਧਦੀ ਆ, ਉਵੇਂ ਉਵੇਂ ਇਸ ਦੀ ਜ਼ਹਿਰ ਵੀ ਵੱਧਦੀ ਆ, ਅਤੇ ਜ਼ਹਿਰ ਵੱਧਦਿਆਂ ਵੱਧਦਿਆਂ ਉਸ ਅਖੀਰਲੀ ਉਮਰ ਦੇ ਵਿੱਚ ਇੰਨਾ ਔਖਾ ਹੁੰਦਾ ਹੈ ਸੱਪ ਕਿ ਆਪਣੀ ਜ਼ਹਿਰ ਨਾਲ ਹੀ ਬਹੁਤ ਦੁਖੀ ਹੋ ਜਾਂਦਾ ਹੈ। ਇਸ ਕਰਕੇ ਉਹ ਕਹਿੰਦੇ ਭਾਈ, ਬਿਨਾਂ ਸਿਮਰਨ ਤੋਂ ਤੇਰੇ ਅੰਦਰ ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ, ਆਸਾ ਤੇ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਏਗੀ। ਮਤਾਂ ਸਮਝ ਕੇ ਹੋਰ 10 ਸਾਲਾਂ ਨੂੰ ਇਹ ਘਟ ਜਾਏਗੀ, ਘਟੇਗੀ ਨਹੀਂ। ਮਹਾਰਾਜ ਜੀ ਫਰਮਾਉਂਦੇ ਨੇ, ਸਰਪ ਜੈਸੇ ਅਰ ਜਾਰੀ, ਕਿ ਜਿਵੇਂ ਆਰਜਾ ਹੈ ਨਾ ਸੱਪਾਂ ਦੀ, ਉਹਨਾਂ ਦੀ ਜ਼ਹਿਰ ਵੱਧਦੀ ਹੈ, ਇਸ ਤਰ੍ਹਾਂ ਤੇਰੇ ਅੰਦਰ ਬਿਨਾਂ ਪ੍ਰਭੂ ਦੇ ਨਾਮ ਤੋਂ, ਪ੍ਰਮਾਤਮਾ ਦੇ ਨਾਮ ਤੋਂ ਬਗੈਰ ਤੇਰੀ ਜਿਹੜੀ ਆਰਜੂ ਲੰਬੀ ਭਾਵੇਂ ਹੋ ਜਾਵੇ, ਪਰ ਤੂੰ ਵਿਸ਼ਿਆਂ ਦੇ ਵਿੱਚ ਸੜਦਾ ਰਹੇਗਾ, ਸ਼ਾਂਤੀ ਦੇ ਵਿੱਚ ਮਨ ਨਹੀਂ ਆਵੇਗਾ। ਨਵ ਖੰਡਨ ਕੋ ਰਾਜ ਕਮਾਵਾ। ਮਹਾਰਾਜ ਜੀ, ਜੇ ਰਾਜ ਦੇ ਸੁੱਖ ਹੋਣ, ਸਾਡੇ ਕੋਲ ਸਹੂਲਤਾਂ ਹੋਣ, ਤੇ ਫਿਰ ਤਾਂ ਲੋਭ ਹੀ ਨਹੀਂ ਰਹਿ ਜਾਂਦਾ ਪਦਾਰਥਾਂ ਦਾ। ਜੇ ਆਪਣੀ ਲੋੜ ਤੋਂ ਵੱਧ ਪਦਾਰਥ ਪਹਿਲਾਂ ਹੀ ਹੋਣ ਤੇ ਸਤਿਗੁਰੂ ਜੀ ਫਿਰ ਤਾਂ ਨਹੀਂ ਇਹ ਜਿਹੜੇ ਵਕਾਰ ਸਾਨੂੰ ਪੋਹ ਸਕਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਵ ਖੰਡਨ ਕੋ ਰਾਜ ਕਮਾਵੇ। ਇੱਕ ਸਟੇਟ ਦਾ ਰਾਜ ਨਹੀਂ, ਅਸੀਂ ਤਾਂ ਸਟੇਟ ਦੇ ਰਾਜ 'ਚ ਹੀ ਉਲਝ ਜਾਂਦੇ ਹਾਂ। ਕਹਿੰਦੇ ਦੇਸ਼ ਦਾ ਰਾਜ ਨਹੀਂ, ਨਵ ਖੰਡਨ ਕੋ ਰਾਜ ਕਮਾਵੇ। ਕਹਿੰਦੇ ਨਵਾਂ ਖੰਡਾਂ ਦਾ, ਭਾਵੇਂ ਜਿੰਨੇ ਬ੍ਰਹਮੰਡ ਨੇ ਧਰਤੀ ਦੇ, ਕਹਿੰਦੇ ਇਹਨਾਂ ਦੇ ਉੱਪਰ ਵੀ ਤੇਰਾ ਹੁਕਮ ਚੱਲੇ, ਅਮਰ ਤੇਰਾ ਹੀ ਚੱਲੇ, ਤੇਰਾ ਇੱਥੇ ਹੁਕਮ ਚੱਲਦਾ ਹੋਵੇ, ਨਵਾਂ ਖੰਡਾਂ ਦੇ ਵਿੱਚ ਤੇਰਾ ਰਾਜ ਹੋਵੇ। ਅੰਤ ਚਲੈ ਗੁਹਾਰੀ। ਕਹਿੰਦੇ ਅੰਤ ਨੂੰ ਭਾਈ ਇਹ ਰਾਜ ਤਾਂ ਕਮਾ ਲਵੇਂਗਾ। ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਇਹ ਨਾਮ ਜਪਣ ਵਾਸਤੇ ਤੈਨੂੰ ਪਰਮਾਤਮਾ ਨੇ 9 ਨਰੈਣੀ ਦੇਹ ਦਿੱਤੀ ਸੀ। ਹਾਂ, ਤੂੰ ਰਾਜ ਕਮਾ ਕੇ ਤੂੰ ਆਪਣੇ ਧਰਮ ਦੀ ਸੇਵਾ ਕਰਦਾ, ਧਾਰਮਿਕ ਸਥਾਨਾਂ ਦੀ ਸੇਵਾ ਕਰਦਾ, ਧਾਰਮਿਕ ਭਗਤਾਂ ਦੀ ਸੇਵਾ ਕਰਦਾ, ਤੂੰ ਧਾਰਮਿਕ ਕਰਮ ਕਰਦਾ, ਤੂੰ ਅੰਮ੍ਰਿਤ ਵੇਲੇ ਉੱਠਦਾ, ਧਰਮ ਨੂੰ ਗ੍ਰਹਿਣ ਕਰਦਾ, ਧਰਮ ਨੂੰ ਧਾਰਨ ਕਰਦਾ, ਫਿਰ ਤਾਂ ਤੇਰਾ ਇਹ ਜੀਵਨ ਤੇ ਤੇਰਾ ਰਾਜ ਸਤਾ, ਤੇਰਾ ਰਾਜ ਭਾਗ ਕੰਮ ਵਿੱਚ ਸੀ। ਤੇ ਜੇ ਰਾਜ ਭਾਗ ਪ੍ਰਾਪਤ ਕਰਕੇ ਅਨਰਥ ਹੀ ਕਰਦਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਚੱਲੇ ਗੋਹਾਰੀ। ਅੰਤ ਨੂੰ ਭਾਈ ਇਹ ਸੰਸਾਰ ਤੋਂ ਜ਼ਿੰਦਗੀ ਦੀ ਬਾਜੀ ਹਾਰ ਕੇ ਚਲਿਆ ਜਾਏਗਾ। ਗੁਣ ਨਿਧਾਨ ਗੁਣ ਤਿਨਹੀ ਗਾਏ। ਸੱਚੇ ਪਾਤਸ਼ਾਹ ਜੀ ਫਿਰ ਰਾਜ ਪ੍ਰਾਪਤ ਕਰਕੇ ਵੀ ਇਸ ਸੰਸਾਰ ਤੋਂ ਹਾਰ ਕੇ ਹੀ ਜਾਵਾਂਗੇ। ਬਹੁਤ ਲੰਮੀਆਂ ਉਮਰਾਂ ਕਰਕੇ ਵੀ ਸੱਪ ਦੀ ਨਿਆਈ ਈਰਖਾ ਵਿੱਚ ਸੜਦੇ ਰਵਾਂਗੇ। ਤੇ ਫਿਰ ਕਿਹੜਾ ਤਰੀਕਾ ਹੈ, ਕਿਹੜੇ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਆਤਮਿਕ ਸੁੱਖ ਮਿਲ ਸਕਦਾ ਹੈ, ਆਤਮਿਕ ਸ਼ਾਂਤੀ ਮਿਲ ਸਕਦੀ ਹੈ, ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ, ਭੇਦਤਾ ਪ੍ਰਾਪਤ ਹੋ ਸਕਦੀ ਹੈ। ਤਾਂ ਸਤਿਗੁਰੂ ਜੀ ਇਹ ਕਿਰਪਾ ਕਰੋ। ਤਾਂ ਹਜ਼ੂਰ ਫਰਮਾਉਂਦੇ ਨੇ, ਗੁਣ ਨਿਧਾਨ ਗੁਣ ਤਿਨਹੀ ਗਾਏ। ਕਹਿੰਦੇ ਭਾਈ ਉਸ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਬਹੁਤ ਵੱਡਾ ਤੇ ਸਭ ਨੂੰ ਦਿੱਤਾ ਹੈ। ਸਤਿਗੁਰੂ ਨੇ ਸਾਨੂੰ ਹੁਕਮ ਕੀਤਾ, ਕਹਿੰਦੇ ਭਾਈ ਜਰਾ ਕ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਕਿੱਡਾ ਵੱਡਾ ਖਜ਼ਾਨਾ ਪਿਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਤਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਭਰੇ ਪਏ ਭੰਡਾਰੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਗੁਣ ਨਿਧਾਨ ਗੁਣ ਤਿਨਹੀ ਗਾਏ। ਪਰ ਇਹ ਜੋ ਪ੍ਰਭੂ ਦੇ ਗੁਣ ਨੇ, ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਿਵੇਕ ਬੁੱਧੀ ਗਿਆਨ ਵਿਚਾਰ, ਇਹ ਕਿੱਥੋਂ ਪ੍ਰਾਪਤ ਹੋਣੇ? ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਇਹਨਾਂ ਗੁਣਾਂ ਦੀ ਪੜਚੋਲ ਉਹ ਹੀ ਕਰ ਸਕਦਾ ਹੈ ਜਾ ਕੋ ਕਿਰਪਾ ਧਾਰੀ। ਜਿਨ੍ਹਾਂ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਕਿਰਪਾ ਕਰਕੇ ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਘਰ ਦਾ ਜਨਮ ਦੇ ਦਿੱਤਾ ਤੇ ਰਾਹ ਦਿਖਾ ਦਿੱਤਾ ਕਿ ਭਾਈ ਇੱਥੇ ਕੋਈ ਜਾਤ ਦਾ ਫਰਕ ਨਹੀਂ, ਕੋਈ ਵਿਦਿਆ ਦਾ ਫਰਕ ਨਹੀਂ, ਕੋਈ ਰੰਗ ਰੂਪ ਦਾ ਫਰਕ ਨਹੀਂ, ਕੋਈ ਇਸਤਰੀ ਪੁਰਸ਼ ਦਾ ਫਰਕ ਨਹੀਂ। ਜਿਹੜਾ ਵੀ ਚਾਹਵੇ ਉਹ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ
ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਣਾ ਆਪ ਸਤਿਗੁਰੂ ਨੂੰ ਸਮਰਪਿਤ ਕਰ ਦੇਵੇ ਤੇ ਪੰਜ ਪਿਆਰੇ ਜੋ ਰਹਿਤ ਦੱਸਦੇ ਹਨ ਉਸ ਰਹਿਤ ਨੂੰ ਧਾਰਨ ਕਰ ਲਵੇ ਤੇ ਅੰਮ੍ਰਿਤ ਵੇਲੇ ਉੱਠ ਕੇ ਜਪੇ ਨਾਮ। ਕਹਿੰਦੇ ਭਾਈ ਇਹ ਕਿਰਪਾ ਹੈ। ਇਹ ਕਿਰਪਾ ਕਿਹਦੇ ਤੇ ਕੀਤੀ ਭਾਈ? ਦੁਨੀਆ 'ਚ ਝਾਤੀ ਮਾਰ ਕੇ ਵੇਖੋ, ਅਰਬਾਂ ਦੀ ਗਿਣਤੀ ਵਿੱਚ ਵਿਅਕਤੀ ਨੇ ਜੋ ਇੱਥੇ ਜੀਵ ਨੇ ਮਨੁੱਖਾ ਜਨਮ ਦੇ ਵਿੱਚ ਹੀ, ਪਰ ਇਹ ਕਿਰਪਾ ਕਿਹਦੇ ਤੇ ਆ? ਹਰ ਇੱਕ ਤੇ ਨਹੀਂ ਹੈ ਕਿਰਪਾ। ਹੈ ਸਾਰੇ ਧਰਮਾਂ ਦਾ ਇਹ ਫਲਸਫਾ ਨਹੀਂ ਹੈ ਸਾਧ ਸੰਗਤ ਜੀ। ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਹੜਾ ਆਪਣਾ ਰੂਪ ਬਣਾ ਦਿੱਤਾ ਮਹਾਰਾਜ ਨੇ। ਕਿਸੇ ਧਰਮ ਵਿੱਚ ਕਿਸੇ ਰਹਿਬਰ ਨੇ, ਕਿਸੇ ਰਿਸ਼ੀ ਨੇ, ਕਿਸੇ ਅਵਤਾਰ ਪੈਗੰਬਰ ਨੇ ਆਪਣਾ ਰੂਪ ਨਹੀਂ ਬਣਾਇਆ। ਇਹ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ। ਉਹਨਾਂ ਦੇ ਪਹਿਲਾਂ ਜਾਤ ਗੋਤ ਹੀ ਖਤਮ ਕਰ ਦਿੱਤੇ, ਸਿਰ ਹੀ ਵੱਢ ਦਿੱਤੇ। ਜਦੋਂ ਬੰਦਾ ਮਾਰੀ ਜਾਵੇ ਫਿਰ ਤਾਂ ਕੋਈ ਜਾਤ ਗੋਤ ਰਹਿ ਹੀ ਨਹੀਂ ਗਿਆ। ਉਹਨਾਂ ਨੂੰ ਫਿਰ ਸਰਜੀਤ ਕੀਤਾ ਤੇ ਫਿਰ ਖੰਡੇ ਦਾ ਅੰਮ੍ਰਿਤ ਦਿੱਤਾ ਤੇ ਫਿਰ ਵੀਰ ਆਸਨ ਲਾ ਕੇ ਕਿਹਾ, ਖਾਲਸਾ ਜੀ ਹੁਣ ਮੈਨੂੰ ਵੀ ਅੰਮ੍ਰਿਤ ਦਿਓ। ਹੈਰਾਨ ਕਿ ਸਤਿਗੁਰੂ ਜੀ ਤੁਸੀਂ ਤੇ ਸਾਨੂੰ ਅੰਮ੍ਰਿਤ ਦਿੱਤਾ, ਅਸੀਂ ਸਿੱਖ ਤੁਸੀਂ ਗੁਰੂ। ਕਹਿੰਦੇ ਨਹੀਂ, ਇਹ ਇੱਕ ਮਰਜ਼ਾਦਾ ਕਿਸੇ ਦੇ ਮਨ ਵਿੱਚ ਨਾ ਰਹਿ ਜਾਵੇ ਕਿ ਮੈਂ ਬੜਾ ਵੱਡਾ ਸੰਤ ਹਾਂ, ਜਥੇਦਾਰ ਹਾਂ, ਆਗੂ ਹਾਂ, ਮੈਨੂੰ ਲੋੜ ਹੀ ਨਹੀਂ ਅੰਮ੍ਰਿਤ ਦੀ। ਇਹ ਭੁਲੇਖਾ ਕੱਢਣਾ ਭਾਈ। ਇਸ ਕਰਕੇ ਅੰਮ੍ਰਿਤ ਦੀ ਦਾਤ ਦਿਓ, ਮੈਂ ਵੀ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣ ਜਾਵਾਂ। ਫਿਰ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਅੰਮ੍ਰਿਤ ਕਿਹਤੋਂ ਛਕਿਆ? ਇਹਨੇ ਪੰਜਾਂ ਤੋਂ ਛਕਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਫਰਮਾਇਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਜਿਹੜਾ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਖਾਲਸਾ, ਮੈਂ ਉਹਦੇ ਤੋਂ ਅੰਮ੍ਰਿਤ ਛਕਿਆ। ਤੇ ਫਿਰ ਉਹਨਾਂ ਨੂੰ ਕੌਣ ਹੈ ਖਾਲਸਾ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂੰ ਨਿਵਾਸ। ਇਹ ਕਿਰਪਾ ਹੈ ਸਾਧ ਸੰਗਤ ਜੀ। ਆਪਾਂ ਅਰਥ ਉਲਟ ਕਰਦੇ ਹਾਂ ਵੀ ਜਦੋਂ ਕਿਰਪਾ ਹੋਵੇਗੀ ਨਾ ਉਦੋਂ ਅਸੀਂ ਅੰਮ੍ਰਿਤ ਛਕ ਲਾਂਗੇ। ਗੱਲ ਉਲਟ ਹੈ, ਜਦੋਂ ਅੰਮ੍ਰਿਤ ਛਕਾਂਗੇ ਕਿਰਪਾ ਉਦੋਂ ਹੋਣੀ ਹੈ। ਇਸ ਵਾਸਤੇ ਭਾਈ ਹਜੂਰ ਫਰਮਾਉਂਦੇ ਹਨ, ਇਹ ਗੁਣ ਕਿਹਨੇ ਗਾਏ? ਕਹਿੰਦੇ ਭਾਈ ਜਿਨ੍ਹਾਂ ਉੱਪਰ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦੇ ਕੇ, ਨਾਮ ਦੀ ਦਾਤ ਦੇ ਕੇ ਆਪਣਾ ਨਦਰੀ ਨਦਰ ਨਿਹਾਲ ਕਰ ਦਿੱਤਾ। ਸੋ ਸੁਖੀਆ ਧਾਨੇ ਉਸ ਜਨਮਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਐਸੇ ਵਡਭਾਗੀ ਗੁਰੂ ਕੇ ਸਿੱਖ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਭਗਤੀ ਵਿੱਚ ਲੀਨ ਹੋ ਗਏ, ਕਹਿੰਦੇ ਧੰਨ ਨੇ ਉਹ ਹੀ ਸੁਖੀ ਨੇ। ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ, ਦੁੱਖ ਨੇੜੇ ਵੀ ਨਹੀਂ ਆ ਸਕਦਾ, ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ। ਇਸ ਕਰਕੇ ਸੋ ਸੁਖੀਆ ਕਹਿੰਦੇ ਉਹ ਆਤਮਿਕ ਤੌਰ ਤੇ ਸੁਖੀ। ਧੰਨ ਉਸ ਜਨਮ, ਧੰਨ ਉਹਦੇ ਮਾਤਾ ਪਿਤਾ ਨੇ, ਧੰਨ ਉਹਦਾ ਜਨਮ ਹੈ। ਨਾਨਕ ਤਿਸ ਬਲਿਹਾਰੀ। ਵੱਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੋਹਰ ਲਾ ਕੇ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਖੀ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਭਾਈ ਉਹਦਾ ਜਨਮ ਵੀ ਧੰਨ ਹੈ ਤੇ ਅਸੀਂ ਉਹਦੇ ਤੋਂ ਬਲਹਾਰ ਵਾਰਨੇ ਜਾਂਦੇ। ਧੰਨ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਬਾਣੀ ਕੀ ਬੋਹਤ, ਪਰ ਉਹਨਾਂ ਗੁਰਸਿੱਖਾਂ ਤੋਂ ਕਹਿੰਦੇ ਵਾਰਨੇ ਜਾਂਦੇ ਆ ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਉੱਪਰ, ਉਹ ਸੁਖੀ ਹਨ ਜਨਮ ਤੋਂ ਲੈ ਕੇ, ਉਹਨਾਂ ਦੇ ਮਾਤਾ ਪਿਤਾ ਵੀ ਧੰਨ ਹਨ। ਇਹ ਉਪਦੇਸ਼ ਦਿੱਤਾ ਸਤਿਗੁਰੂ ਜੀ ਨੇ, ਕਿਰਪਾ ਕੀਤੀ ਹੈ ਭਾਈ। ਸੋ ਆਓ ਕੁਝ ਸਮੇਂ ਲਈ ਕੱਲ ਜੋ ਵਿਚਾਰਾਂ ਕੀਤੀਆਂ ਸੀ, ਅੱਜ 6 ਜੂਨ ਹੈ। 6 ਜੂਨ ਦਾ ਜਦੋਂ ਦਿਹਾੜਾ ਆਉਂਦਾ ਹੈ ਸਾਧ ਸੰਗਤ ਜੀ, ਕੰਡੇ ਦੀ ਤਰ੍ਹਾਂ ਸਾਡੇ ਹਿਰਦੇ ਵਿੱਚ ਚੁੱਭਦਾ ਵੀ 6 ਜੂਨ ਆ ਗਿਆ। ਇਹ 6 ਜੂਨ ਕਿਉਂ ਚੁੱਭਦਾ? ਕਿਉਂਕਿ ਜਿਸ ਦੇਸ਼ ਦੀ ਖਾਤਰ ਸਾਡੇ ਵੱਡਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਘਰ-ਬਾਰ ਤਿਆਗ ਦਿੱਤੇ, ਜ਼ਮੀਨ ਜਾਇਦਾਦਾਂ ਛੱਡ ਦਿੱਤੀਆਂ, ਬਹੁਤ ਸਾਰਿਆਂ ਦੀ ਇੱਜ਼ਤ ਪੱਟ ਵੀ ਲੁੱਟੀ ਗਈ, ਪਰ ਇੱਕ ਆਜ਼ਾਦੀ ਨੂੰ ਲੈਣ ਵਾਸਤੇ ਕਿ ਅਸੀਂ ਆਜ਼ਾਦ ਦੇਸ਼ ਵਿੱਚ ਰਵਾਂਗੇ, ਉਹ ਆਜ਼ਾਦੀ ਬਰਬਾਦੀ ਹੋ ਨਿਬੜੀ। ਕੱਲ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਇਹਦੇ 'ਤੇ ਕੀਤੀਆਂ ਸਨ। ਸਾਧ ਸੰਗਤ ਜੀ,
ਇਹ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ। ਕੱਲ੍ਹ ਇਹ ਬੇਨਤੀਆਂ ਕੀਤੀਆਂ ਸੀ ਨਾ, ਇੱਕੋ ਇੱਕ ਗੱਲ ਕਿ ਰਾਜ ਸੱਤਾ ਦੀ ਪ੍ਰਾਪਤੀ ਕਰਨ ਵਾਸਤੇ ਜੇ ਦੇਸ਼ ਦੀ ਸਭ ਤੋਂ ਘੱਟ ਗਿਣਤੀ ਇਹਨੂੰ ਜੇ ਦਬਾ ਕੇ ਦੇਸ਼ ਦੀ ਵੱਧ ਗਿਣਤੀ ਨੂੰ, ਬਹੁ ਗਿਣਤੀ ਨੂੰ ਖੁਸ਼ ਕਰ ਲਿਆ ਜਾਵੇ ਤਾਂ ਰਾਜ ਸੱਤਾ ਪ੍ਰਾਪਤ ਹੋ ਸਕਦੀ। ਇਹ ਇੱਕ ਰਾਜਨੀਤਿਕ ਪੈਂਤਰਾ ਸੀ ਇੰਦਰਾ ਗਾਂਧੀ ਦਾ। ਬਾਕੀ ਗੱਲਾਂ ਦਾ ਜੇ ਤੁਸੀਂ ਵਿਸ਼ਲੇਸ਼ਣ ਕਰੋਗੇ ਨਾ, ਇਹ ਤੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਵਿਦਵਾਨ ਲੋਕਾਂ ਨੇ। ਕੁਝ ਨੇ ਲਿਖਿਆ ਕਿ ਪੰਜਾਬ ਦੇ ਹਾਲਾਤ ਖਰਾਬ ਸੀ। ਇੱਕ ਲਿਖਾਰੀ ਨੇ ਲਿਖਿਆ, ਮੈਂ ਨਾਂ ਭੁੱਲ ਗਿਆ, ਚੁੰਬ ਹੈ ਮਗਰ ਲੱਗਦਾ ਉਹਦੇ, ਉਹਨੇ ਲਿਖਿਆ ਕਿ ਜਦੋਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਨਾ 1984 ਦਾ, ਕਿ 1 ਲੱਖ ਵਿਅਕਤੀ ਦੇ ਮਗਰ ਜੇ ਅਨੁਪਾਤ ਕੱਢੀਏ ਤਾਂ ਕਿੰਨੀਆਂ ਮੌਤਾਂ ਹੋ ਰਹੀਆਂ ਸੀ, ਜਿਹਨੂੰ ਅਸੀਂ ਅਨਿਆਈ ਮੌਤ ਕਹਿੰਦੇ, ਜਾਂ ਕਿੰਨੇ ਕਤਲ ਹੋ ਰਹੇ ਸੀ। ਸਾਧ ਸੰਗਤ ਜੀ, ਸਭ ਤੋਂ ਵੱਧ ਗੁਜਰਾਤ ਯੂਪੀ ਦੇ ਵਿੱਚ ਹੋ ਰਹੇ ਸੀ, ਬੰਗਾਲ 'ਚ, ਬਿਹਾਰ 'ਚ ਹੋ ਰਹੇ ਸੀ। ਸਭ ਤੋਂ ਘੱਟ ਸਿੱਕਮ ਦੇ ਵਿੱਚ ਹੋਏ, ਤੇ ਉਹਦੇ ਉੱਪਰ ਜੇ ਉਹਦੇ ਤੋਂ ਉੱਪਰਲਾ ਨੰਬਰ ਸੀ ਉਹ ਪੰਜਾਬ ਦਾ ਸੀ। ਉਦੋਂ 17 ਸਟੇਟਾਂ ਸੀ, ਤੇ 17 ਸਟੇਟਾਂ ਦੇ ਵਿੱਚੋਂ ਸਭ ਤੋਂ ਥੱਲੇ ਇੱਕ ਨੂੰ ਛੱਡ ਕੇ ਪੰਜਾਬ ਸੀ। ਕਿਸੇ 'ਚ 200 ਲੱਖ ਦੇ ਮਗਰ, ਕਿਸੇ 'ਚ 250 ਕਤਲੋਗਾਰਦ ਹੋਈ ਇੱਕ ਮਹੀਨੇ ਦੇ ਵਿੱਚ, 1 ਲੱਖ ਦੇ ਮਗਰ। ਪਰ ਪੰਜਾਬ ਦੇ ਵਿੱਚ 79 ਦੀ ਕਤਲੋਗਾਰਦ ਹੋਈ ਰਿਕਾਰਡ ਦੇ ਮੁਤਾਬਕ। ਤੇ ਜੇ ਇੱਥੇ ਹਾਲਾਤ ਖਰਾਬ ਸੀ ਤਾਂ ਫਿਰ ਬਿਹਾਰ 'ਚ ਵੀ, ਗੁਜਰਾਤ 'ਚ ਵੀ, ਯੂਪੀ 'ਚ ਵੀ, ਰਾਜਸਥਾਨ 'ਚ ਵੀ ਹਾਲਾਤ ਖਰਾਬ ਸੀ। ਉੱਥੇ ਹੀ ਫੌਜ ਲਾ ਦੇਣੀ ਚਾਹੀਦੀ ਸੀ। ਇਹ ਇੱਕ ਬਹਾਨਾ, ਇਹ ਇੱਕ ਬਹਾਨਾ। ਪਰ ਤੁਸੀਂ ਹੈਰਾਨ ਹੋਵੋਗੇ ਕਿ ਕੇਵਲ ਤੁਹਾਨੂੰ ਰਾਜਨੀਤਿਕ ਆਗੂਆਂ ਨੂੰ, ਧਾਰਮਿਕ ਆਗੂਆਂ ਨੂੰ ਹੀ ਉਹਲੇ ਵਿੱਚ ਨਹੀਂ ਰੱਖਿਆ, ਪਰਦੇ ਪਿੱਛੇ ਨਹੀਂ ਰੱਖਿਆ। ਇੱਥੇ ਤਾਂ BSP, ਭਾਰਤੀ ਫੌਜ, CID, ਜਿੰਨੀ ਕਾਊਂਟਰ ਇੰਟੈਲੀਜੈਂਸੀ ਦੇ ਜਿੰਨੇ ਸਿੱਖ ਸੀ ਨਾ, ਕੁਝ ਗੈਰ ਸਿੱਖ ਵੀ, ਉਹਨਾਂ ਨੂੰ ਵੀ ਸਾਧ ਸੰਗਤ ਇਹ ਗੱਲ ਤੇ ਪਿੰਕ ਨਹੀਂ ਪੈਣ ਦਿੱਤੀ। ਇਸ ਕਰਕੇ ਹੀ ਉਹ ਹੈਰਾਨ ਸਨ ਕਿ ਇੰਨੀਆਂ ਵੱਡੀਆਂ ਫੌਜਾਂ ਪੰਜਾਬ ਦੇ ਵਿੱਚ ਤੈਨਾਤ ਕਿਉਂ ਹੋ ਗਈਆਂ, ਜਿਨ੍ਹਾਂ ਦਾ ਮੈਂ ਕੱਲ੍ਹ ਥੋੜ੍ਹਾ ਜ਼ਿਕਰ ਕੀਤਾ ਸੀ ਇੱਥੇ। BSF ਦੇ DIG, IG ਪੰਧੇਰ, ਉਹ ਹੈਰਾਨ ਵੀ ਇੰਨੀਆਂ ਵੱਡੀਆਂ ਫੌਜਾਂ। ਸਾਧ ਸੰਗਤ ਜੀ, ਇੱਥੇ ਓਂਕਾਰ ਸਿੰਘ ਥਾਪਰ, ਬ੍ਰਿਗੇਡੀਅਰ ਫੌਜ ਦਾ, ਜਿਹੜਾ ਇੱਥੇ ਤੈਨਾਤ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਇੱਥੇ DC ਗੁਰਦੇਵ ਸਿੰਘ, ਇੱਥੇ ਇੰਟੈਲੀਜੈਂਸੀ ਦਾ ਚੀਫ ਮਹਿੰਦਰਪਾਲ ਸਿੰਘ ਔਲਖ, ਕੁਝ ਹੋਰ ਵੀ ਹਿੰਦੂ ਅਫਸਰ ਵੀ ਇਸ ਗੱਲ ਤੋਂ ਹੈਰਾਨ ਸਨ ਵੀ ਇਹ ਕਾਹਦੇ ਲਈ ਨਹੀਂ ਤੈਨਾਤੀ ਹੋ ਰਹੀ। ਇਹਦਾ ਸਿੱਧਾ ਅਰਥ ਹੈ ਕਿ ਸੈਂਟਰ ਗੌਰਮੈਂਟ ਦੀ, ਇੰਦਰਾ ਗਾਂਧੀ ਦੇ ਕੁਝ, ਜਿਹਨੂੰ ਕਿਚਨ ਕੈਬਨਿਟ ਕਹਿ ਲੈਂਦੇ ਆਪਾਂ, ਉਸ ਕੈਬਨਿਟ ਦਾ ਇਹ ਫੈਸਲਾ ਸੀ ਕਿ ਤੁਰੰਤ ਜਾ ਕੇ ਇਹ ਕਾਰਵਾਈ ਕਰਨੀ ਆ। ਉੱਪਰੋਂ ਇਹੋ ਜਿਹੇ ਹੁਕਮ ਸੀ, ਤੇ ਉਹ ਜਿਹੜੇ ਹੁਕਮ ਲੈ ਕੇ ਆਏ ਸੀ ਨਾ, ਇੰਨੇ ਕੁ ਫਰੇਬੀ ਤੇ ਝੂਠੇ, ਜਿਨ੍ਹਾਂ ਦਾ ਹੁਣ ਤੱਕ ਤੇ ਬਹੁਤ ਸਾਰੀਆਂ ਇੰਟਰਵਿਊ ਨੈੱਟ ਤੇ ਪਈਆਂ, ਤੁਸੀਂ ਦੇਖ ਸਕਦੇ ਹੋ। ਜਨਰਲ ਬਰਾੜ ਕਹਿੰਦਾ, ਕੁਲਦੀਪ ਬਰਾੜ ਕਹਿੰਦਾ ਕਿ ਮੈਨੂੰ ਸਿਰਫ 2 ਜੂਨ ਨੂੰ ਪਤਾ ਲੱਗਾ। ਕਿੱਡਾ ਵੱਡਾ ਝੂਠ। ਮੇਰਠ ਤੋਂ ਚੱਲ ਕੇ ਉਹਦੀ ਬਟਾਲੀਅਨ 30 ਤਰੀਕ ਨੂੰ ਇੱਥੇ ਪਹੁੰਚ ਗਈ ਅੰਮ੍ਰਿਤਸਰ। 30 ਤਰੀਕ ਨੂੰ ਜਿਹਦੀ ਉਹ ਕਮਾਂਡ ਕਰਦਾ, ਉਹ ਬਟਾਲੀਅਨ 30 ਤਰੀਕ ਨੂੰ ਪਹੁੰਚ ਗਈ। ਤੇ ਉਹ ਇੰਟਰਵਿਊ 'ਚ ਕਹਿੰਦਾ ਮੈਨੂੰ 2 ਜੂਨ ਨੂੰ ਪਤਾ ਲੱਗਾ। ਵੀ ਕਿੰਨੇ ਕੁ ਝੂਠ ਬੋਲੋਗੇ। ਰਹੋ ਵਿਚਾਰ, ਮੈਂ ਇਸ ਪਾਸੇ ਨਾ ਜਾਵਾਂ। ਸਾਧ ਸੰਗਤ ਜੀ, ਜਿਹੜਾ ਧਰਮ ਹੁੰਦਾ ਨਾ, ਧਰਮ ਕੋਈ ਵੀ ਹੋਵੇ, ਧਰਮ ਬੜੀ ਪਵਿੱਤਰ ਚੀਜ਼ ਹੈ। ਇਹ ਦੁਰਲੱਭ ਚੀਜ਼ ਹੈ
ਜਿਹੜਾ ਧਰਮ ਦੇ ਨਾਂ ਤੇ ਸਿਆਸਤ ਕਰਦਾ ਨਾ, ਉਹਦਾ ਹਸ਼ਰ ਕੀ ਹੋਇਆ। ਉਹ ਭਾਵੇਂ ਮੁਗਲ ਹੋਣ, ਉਹ ਭਾਵੇਂ ਮੁਸਲਮਾਨ ਹੋਣ, ਉਹ ਹਿੰਦੂ ਹੋਣ, ਉਹ ਅੰਗਰੇਜ਼ ਹੋਣ, ਕੋਈ ਵੀ ਹੋਵੇ, ਯਾਦ ਰੱਖਿਓ ਭਾਵੇਂ ਸਿੱਖ ਹੋਣ, ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਨਗੇ ਨਾ, ਵੀ ਧਰਮ ਨੂੰ ਵਰਤੋ, ਧਰਮ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਕਰੋ ਤੇ ਆਪਣਾ ਉੱਲੂ ਸਿੱਧਾ ਕਰੋ ਰਾਜਨੀਤਿਕ ਤੌਰ ਤੇ, ਉਹਦਾ ਹਸ਼ਰ ਮਾੜਾ ਹੋਊਗਾ। ਇੰਦਰਾ ਗਾਂਧੀ ਨੇ ਕੀਤਾ। ਇੱਥੇ ਸਾਡੇ 37 ਗੁਰਦੁਆਰਿਆਂ ਦਾ ਤਾਂ ਜ਼ਿਕਰ, ਉਹਨਾਂ ਦਾ ਗੁਰਦੁਆਰੇ ਜ਼ਿਆਦਾ ਨੇ, ਹੁਣ ਇਹਦਾ ਹੋਰ ਵੀ ਪੜਚੋਲ ਹੋ ਰਹੀ ਹੈ। 37 ਗੁਰਦੁਆਰਿਆਂ ਤੇ ਹਮਲਾ ਕੀਤਾ। ਇੱਥੋਂ ਦਾ ਜ਼ਿਕਰ ਵੀ ਆਪਾਂ ਕਰਦੇ ਹਾਂ, ਪਰ ਮੈਂ ਪਹਿਲਾਂ ਹੀ ਬੇਨਤੀ ਕਰ ਲਾਂ ਕਿ ਉਹਦੇ ਤੋਂ ਬਾਅਦ ਜਿਹੜੀ ਭਾਰਤ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ, ਉਹ ਇਲੈਕਸ਼ਨ ਵੇਖ ਸਕੀ? ਉਹ ਨਹੀਂ ਨਾ ਵੇਖ ਸਕੀ। ਪਰ ਠੀਕ ਹੈ ਵੀ ਉਹਨਾਂ ਨੇ ਜੋ ਸਾਡਾ ਇੱਥੇ ਹਸ਼ਰ ਕੀਤਾ ਤੇ ਹਿੰਦੁਸਤਾਨ ਭਰ ਨੂੰ ਇਹ ਦਿਖਾਇਆ ਕਿ ਆਹ ਦੇਖੋ ਅਸੀਂ ਸਿੱਖ ਕੌਮ ਨੂੰ ਕੁਚਲ ਦਿੱਤਾ। ਉਹਦੇ ਐਵਜ ਦੇ ਵਿੱਚ ਇੰਦਰਾ ਗਾਂਧੀ ਤਾਂ ਰਹੀ ਨਹੀਂ, ਪਰ ਕਾਂਗਰਸ ਨੇ ਬਹੁਤ ਵੱਡੀ ਰਾਜਨੀਤਿਕ ਤੌਰ ਤੇ ਜਿੱਤ ਪ੍ਰਾਪਤ ਕਰਕੇ ਖੁਸ਼ੀਆਂ ਦੇ ਡੰਕੇ ਵਜਾਏ ਵੀ ਆਹ ਤਾਂ ਬੜੀ ਵੱਡੀ ਗੱਲ ਹੋ ਗਈ। ਤੇ ਦੂਜਾ ਜਿਹੜਾ ਉਸੇ ਹੀ ਸਾਲ ਦੇ ਵਿੱਚ ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਮਰਨ ਤੋਂ ਸ਼ਰੇਆਮ ਕਤਲੇਆਮ ਕੀਤਾ ਗਿਆ, ਉਹ ਵੀ ਇੱਕ ਰਾਜਨੀਤਿਕ ਪੈਂਤਰਾਈ ਸੀ। ਇੱਥੇ ਬੰਦੇ ਦੀ ਕੋਈ ਕਦਰ ਨਹੀਂ, ਰਾਜਨੀਤੀ ਦੀ ਕਮਰ ਹੈ, ਰਾਜ ਸੱਤਾ ਸਾਨੂੰ ਹਾਸਲ ਹੋਣੀ ਚਾਹੀਦੀ ਹੈ। ਇਹ ਕੁਝ ਕੀਤਾ ਤੇ ਇਹ ਕਰਨ ਵਾਸਤੇ ਇਹ ਨਹੀਂ ਸੋਚਿਆ ਵੀ ਇਸ ਪਾਵਨ ਦਰਬਾਰ ਤੇ ਜਿਹੜੇ ਵੀ ਹੁਣ ਤੱਕ ਚੜ੍ਹ ਕੇ ਆਏ ਉਹਨਾਂ ਕੋਲ ਤਾਂ ਆਪਣੀ ਬਹੁਤ ਵੱਡੀਆਂ ਸ਼ਕਤੀਆਂ ਸੀ, ਉਹ ਇਸ ਦੇਸ਼ ਦੇ ਵਸਨੀਕ ਵੀ ਨਹੀਂ ਸੀ, ਉਹ ਤੇ ਹਮਲਾਵਰ ਪਹਿਲਾਂ ਤੋਂ ਹੁੰਦੇ ਆਏ ਸੀ ਤੇ ਉਹਨਾਂ ਦਾ ਜੇ ਅਸਰ ਹੋਇਆ ਤੇ ਸਾਡਾ ਨਹੀਂ ਹੋਏਗਾ। ਇਹ ਸਭ ਕੁਝ ਬਿਨਾਂ ਸੋਚੇ ਸਮਝੇ ਤੋਂ ਸਾਧ ਸੰਗਤ ਜੀ ਇੱਥੇ ਬਹੁਤ ਵੱਡੀ ਨਫਰੀ ਭੇਜੀ ਫੌਜ ਦੀ। ਮੈਂ ਇੱਕ ਮਿੰਟ ਵਾਸਤੇ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ। ਜਦੋਂ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਪਿਆਨਾ ਕਰ ਗਏ, ਉਹਨਾਂ ਨੇ ਇੱਕ ਬਚਨ ਪਹਿਲਾਂ ਸੁਭਾਵਿਕ ਕਿਹਾ ਸੀ, ਸਾਲ ਡੇਢ ਸਾਲ ਹੋਏਗਾ ਪਹਿਲਾਂ। ਕਹਿੰਦੇ ਸਿੰਘੋ, ਜਦੋਂ ਤੱਕ ਮੇਰੀ ਜ਼ਿੰਦਗੀ ਹੈ ਮੈਂ ਧਰਮ ਦਾ ਪ੍ਰਚਾਰ ਕਰਨਾ ਹੈ, ਧਰਮ ਦੇ ਧਮਸੇ ਵਜਾਉਣੇ ਆ, ਪਰ ਜਦੋਂ ਮੇਰੀ ਜ਼ਿੰਦਗੀ ਨਹੀਂ ਰਹੇਗੀ ਨਾ, ਉਦੋਂ ਜਿਹੜਾ ਧਰਮ ਦਾ ਪ੍ਰਚਾਰ ਹੋਏਗਾ ਇਹਦੇ ਤੋਂ 10 ਗੁਣਾ, ਫਿਰ ਕਹਿੰਦੇ 100 ਗੁਣਾ, ਫਿਰ ਕਹਿੰਦੇ ਬਹੁਤ ਜ਼ਿਆਦਾ। ਕਹਿੰਦੇ ਧਰਮ ਦਾ ਪ੍ਰਚਾਰ ਹੋਊਗਾ। ਅਸੀਂ ਹੈਰਾਨ ਸਾਂ ਕਿ ਚੜ੍ਹਦੀ ਉਮਰ ਦਿਨ ਦੇ ਵਿੱਚ 8-8 ਥਾਵਾਂ ਤੇ ਪ੍ਰੋਗਰਾਮ ਕਰਕੇ ਧਰਮ ਦਾ ਪ੍ਰਚਾਰ ਕਰ ਰਹੇ ਨੇ, ਇਹਦੇ 'ਤੇ ਚਲੇ ਗਏ ਫਿਰ ਕੀ ਪ੍ਰਚਾਰ ਹੋਊ। ਖੈਰ ਮੈਂ ਵਿਸਥਾਰ ਵਿੱਚ ਇਸ ਪਾਸੇ ਨਾ ਜਾਵਾਂ। ਉਹਨਾਂ ਨੇ ਬਚਨ ਕਹੇ, ਉਹ ਚਲੇ ਗਏ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੁਖੀ ਬਣ ਗਏ ਦਮਦਮੀ ਟਕਸਾਲ ਦੇ। ਉਹਨਾਂ ਪਹਿਲੇ ਦਿਨ ਹੀ ਜਦੋਂ ਮਹਾਂਪੁਰਖਾਂ ਦਾ ਦੁਸਹਿਰਾ ਸੀ, ਉੱਥੇ ਹੀ ਕੁਝ ਬਚਨ ਕਹੇ ਕਿ ਭਾਈ ਜਿਹੜਾ ਗੁਰੂ ਡੰਬ ਧੰਨ ਗੁਰੂ ਬਚਨ ਕਹੇ, ਤੇ ਨਾਲੇ ਕਿਹਾ ਕਿ ਜਿਹੜੀ ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਨੇ ਸਾਰੇ ਜੱਥੇ ਦੇ ਸਮੇਤ ਮਿਲ ਕੇ ਮੇਰੇ ਸਿਰ ਤੇ ਇਹ ਜ਼ਿੰਮੇਵਾਰੀ ਦੀ ਪੰਡ ਰੱਖੀ ਹੈ, ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਇਆ ਜਾ ਸਕੇ ਤੇ ਇਸ ਪੰਡ ਦੇ ਭਾਰ ਨੂੰ ਮੈਂ ਬਰਦਾਸ਼ਤ ਕਰ ਸਕਾਂ ਔਰ ਕੁਸ਼ਲਤਾ ਸਹਿਤ ਆਪਣੀ ਜ਼ਿੰਮੇਵਾਰੀ ਨਿਭਾਵਾਂ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ, ਉਹਨਾਂ ਇਹੀ ਬਚਨ ਕੀਤੇ ਸੀ। ਸਾਧ ਸੰਗਤ ਉਹਨਾਂ ਆਪਣੇ ਰਹਿੰਦਿਆਂ ਦੇਖੋ ਕਿਹੋ ਜਿਹੇ ਇੱਥੇ 1978 ਦਾ ਸਾਕਾ ਵਾਪਰਿਆ, ਉਹਨਾਂ ਦੀ ਗ੍ਰਿਫਤਾਰੀ ਹੋਈ, ਪਰ ਇਸ ਦੇ ਬਾਵਜੂਦ ਉਹਨਾਂ ਨੇ 2 ਕਥਾ ਸੰਪੂਰਨ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਰ ਕੇ ਪੰਜਾਬ ਵਿੱਚ, ਹਿੰਦੁਸਤਾਨ ਭਰ ਵਿੱਚ, ਭਾਰਤ ਭਰ ਵਿੱਚ ਵਿਚਰੇ। ਤੀਸਰੀ ਕਥਾ ਚੱਲ ਰਹੀ ਸੀ, ਨਾਲ ਦਸਮ ਗ੍ਰੰਥ ਦੀ ਕਥਾ, ਇਤਿਹਾਸ ਦੀ ਕਥਾ। ਇੱਥੇ ਧਰਮ ਯੁੱਧ ਮੋਰਚੇ 'ਚ ਰਹਿੰਦਿਆਂ ਹੋਇਆਂ ਵੀ ਕਥਾ ਕਰਨੀ।
ਫਿਰ ਤੁਸੀਂ ਸਮਾਜਿਕ ਕਾਰਜ ਦੇਖ ਲਓ। 1982 ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਤਾਂ ਉਹਨਾਂ ਨੇ ਸੈਂਕੜੇ ਪੰਚ ਸਰਪੰਚ ਸਰਬਸੰਮਤੀ ਨਾਲ ਇੱਥੇ ਸੱਦ ਕੇ ਚੁਣ ਦਿੱਤੇ। ਗੌਰਮੈਂਟਾਂ ਵਾਸਤੇ ਬੜੀਆਂ ਔਖੀਆਂ ਗੱਲਾਂ ਹੁੰਦੀਆਂ ਨੇ ਇਹ, ਜਿਹੜੀ ਚੋਣ ਪ੍ਰਕਿਰਿਆ ਨੂੰ ਇੱਕ ਵਿਅਕਤੀ ਤੇ ਆਸਥਾ ਰੱਖ ਕੇ ਉਹਨੂੰ ਮੰਨ ਲੈਣਾ, ਲੈ ਭਾਈ ਆਹ ਪਿੰਡ ਦਾ ਸਰਪੰਚ ਹੈ, ਤੁਸੀਂ ਇਹਦਾ ਸਾਥ ਦਿਓ। ਸੈਂਕੜੇ, ਇੱਕ ਪਿੰਡ ਨਹੀਂ, ਫਿਰ ਸੈਂਕੜੇ ਉਹ ਲੋਕ ਜਿਹੜੀਆਂ ਘਰਾਂ ਦੀਆਂ ਮਜਬੂਰੀਆਂ ਝਗੜੇ ਲੈ ਕੇ ਆਉਂਦੇ ਸੀ ਉਹ ਵੀ ਹੱਲ ਕਰਨੇ। ਉਹ ਕੇਵਲ ਸਿੱਖਾਂ ਦੇ ਨਹੀਂ, ਉਹਦੇ 'ਚ ਬਹੁਤ ਸਾਰੇ ਗੈਰ ਸਿੱਖ ਵੀ ਆਉਂਦੇ ਸੀ, ਉਹਨਾਂ ਦੀ ਫਰਿਆਦ ਸੁਣਦੇ ਔਰ ਉਹਨੂੰ ਹੱਲ ਕਰਦੇ। ਤੇ ਫਿਰ ਹਰ ਤਰ੍ਹਾਂ ਦਾ ਇੱਥੇ ਵਿਅਕਤੀ ਆਉਂਦਾ, ਕੋਈ ਮੈਂਬਰ ਪਾਰਲੀਮੈਂਟ ਆਏ, ਕੋਈ ਹੋਰ ਲੀਡਰ ਆਏ, ਪ੍ਰੈਸ ਆਉਂਦੀ ਸੀ ਦੇਸ਼ ਵਿਦੇਸ਼ ਦੀ, ਉਹਦੇ ਨਾਲ ਵੀ ਸਮਾਂ ਕੱਢਦੇ, ਉਹਨੂੰ ਆਪਣਾ ਸਾਰਾ ਇੱਥੋਂ ਦਾ ਮਸਲਾ ਦੱਸਦੇ ਵੀ ਸਾਨੂੰ ਸਾਡੀਆਂ ਮੰਗਾਂ ਕੀ, ਅਸੀਂ ਚਾਹੁੰਦੇ ਕੀ ਆ। ਇਹ ਖੁਲਾਸਾ ਵੀ ਹੁੰਦਾ। ਉਹਦੇ ਵਿੱਚ ਹਰ ਪਾਰਟੀ ਦਾ ਆਗੂ ਇੱਥੇ ਆਇਆ, ਉਹਦੇ ਨਾਲ ਵੀ ਬੈਠੇ। ਤੇ ਇੱਥੇ ਰਹਿੰਦਿਆਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਖਾਵੇਂ ਤਾਲੁਕਾਤ ਰੱਖ ਕੇ ਮੋਰਚੇ ਨੂੰ ਚਲਾਉਣਾ ਤੇ ਤਰ੍ਹਾਂ ਤਰ੍ਹਾਂ ਦੀ ਸਾਧ ਸੰਗਤ ਜੀ ਪਿੰਡਾਂ ਦੀ ਆਈ ਸੰਗਤ ਨੂੰ ਇਕਮੁੱਠ ਹੋਣ ਦਾ ਸੱਦਾ ਦੇਣਾ, ਅੰਮ੍ਰਿਤ ਛਕਣ ਦਾ ਪ੍ਰੇਰਨਾ ਦੇਣੀ। ਇਹ ਬਹੁਤ ਵੱਡੀਆਂ ਗੱਲਾਂ ਸਨ, ਕਿਉਂਕਿ ਹਾਲਾਤ ਸਧਾਰਨ ਨਹੀਂ ਸਨ, ਪਰ ਉਹਨਾਂ ਦੀ ਸਹਿਜ ਅਵਸਥਾ ਸਧਾਰਨ ਸੀ। ਵੱਡੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਉਹ ਸਿੰਘਾਂ ਨੂੰ ਸੰਥਿਆ ਕਰਾਉਂਦੇ ਦੇਖੇ ਗਏ, ਬਾਣੀ ਪੜ੍ਹਾਉਂਦੇ ਦੇਖੇ ਗਏ, ਅੰਮ੍ਰਿਤ ਸੰਚਾਰ ਕਰਦੇ ਦੇਖੇ ਗਏ, ਅੰਮ੍ਰਿਤ ਸੰਚਾਰ ਲਈ ਸਿੰਘ ਭੇਜਦੇ ਦੇਖੇ ਗਏ। ਇਹ ਸਭ ਕੁਝ ਹੋਇਆ। ਪਰ ਮੈਂ ਦੂਜੇ ਪਾਸੇ ਆਵਾਂ, ਜਿਹੜੇ ਲੋਕ ਥੋੜ੍ਹੀ ਜਿਹੀ ਮਨ ਵਿੱਚ ਹਲੇ ਵੀ ਭੁਲੇਖਾ ਰੱਖਦੇ ਨੇ ਕਿ ਇੱਥੇ ਏਡੀ ਵੱਡੀ ਪੱਧਰ ਤੇ ਤਿਆਰੀ ਕਿਵੇਂ ਕਰ ਲਈ ਫੌਜ ਨਾਲ ਯੁੱਧ ਕਰਨ ਦੀ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਮੁਖੀ ਕੋਈ ਸਧਾਰਨ ਵਿਅਕਤੀ ਨਹੀਂ ਹੁੰਦੇ। ਖਿਮਾ ਕਰਨਾ ਮੈਨੂੰ, ਕਿਉਂਕਿ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ। ਕਹਿਣਗੇ ਵੀ ਇਹ ਆਪਦੀ ਡੋਗਡੁਗੀ ਵਜਾਉਂਦਾ, ਨਹੀਂ, ਇਹ ਗੱਲ ਨਹੀਂ। ਸੰਤਾਂ ਨੇ ਹਰ ਸਟੇਜ ਤੋਂ ਕਿਹਾ ਕਿ ਲੱਖਾਂ ਦੀ ਗਿਣਤੀ ਦਾ ਇੱਥੇ ਘੇਰਾ ਪੈਣਾ, ਸਿੰਘੋ ਉਹਦੇ ਲਈ ਤਿਆਰੀ ਕਰੋ। ਕਿਉਂ ਕਹਿੰਦੇ ਸੀ? ਉਹਨਾਂ ਨੂੰ ਦੀਂਦਾ ਸੀ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਸੀ ਕਿ ਆਹ ਕੁਝ ਸਾਡੇ ਨਾਲ ਵਾਪਰਨਾ। ਮੈਂ ਇਹ ਵੀ ਬੇਨਤੀ ਕਰਾਂ, ਉਹ ਧਰਮ ਯੁੱਧ ਮੋਰਚੇ ਵੇਲੇ ਨਹੀਂ ਕਹਿਣ ਲੱਗੇ, ਜਦੋਂ ਵਿਚਰਦੇ ਸੀ ਨਾ ਪੰਜਾਬ ਵਿੱਚ, ਭਾਰਤ ਭਰ ਵਿੱਚ, ਉਦੋਂ ਵੀ ਕਹਿੰਦੇ ਸੀ ਵੀ 84 ਦੇ ਵਿੱਚ ਬਹੁਤ ਕੁਝ ਆਪਾਂ ਨੂੰ ਇੱਥੇ ਦੇਖਣਾ ਪੈਣਾ। ਸੋ ਉਹਨਾਂ ਨੇ ਤਿਆਰੀ ਇਸ ਵਾਸਤੇ ਕੀਤੀ ਕਿਉਂਕਿ ਘਟਨਾ ਜਿਹੜੀ ਚੱਲ ਰਹੀ ਸੀ ਨਾ, ਘਟਨਾਕ੍ਰਮ ਸੈਂਟਰ ਦੀ, ਕੇਂਦਰ ਦੀ, ਜਕਾਰਤਾ ਵਿਖੇ ਉੱਥੇ ਜੋ ਤਿਆਰੀਆਂ ਹੋ ਰਹੀਆਂ ਸੀ, ਮਾਡਲ ਬਣਾਏ ਜਾ ਰਹੇ ਸੀ, ਉਹ ਸਾਨੂੰ ਤੁਹਾਨੂੰ ਭੁਲੇਖਾ ਹੋ ਸਕਦਾ, ਸੰਤ ਜਰਨੈਲ ਸਿੰਘ ਨੂੰ ਭੁਲੇਖਾ ਨਹੀਂ ਸੀਗਾ। ਉਹਦੇ ਤੇ ਇੱਕ ਇਹੋ ਜਿਹਾ ਫੁਲਾਦੀ ਜਰਨੈਲ ਸ਼ਵੇਕ ਸਿੰਘ ਮਿਲ ਗਿਆ। ਸਾਧ ਸੰਗਤ ਜੀ, ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਵਰਗੇ ਕੁਸ਼ਲ ਸਲਾਹਕਾਰ ਮਿਲ ਗਏ, ਭਾਈ ਰਿਸ਼ਪਾਲ ਸਿੰਘ ਪੀਏ ਵਰਗੇ, ਗੁਰਮੁਖ ਸਿੰਘ ਵਰਗੇ ਗੜਵਈ ਪੀਏ ਮਿਲ ਗਏ। ਮੈਂ ਵੀ ਬੇਨਤੀ ਕਰਾਂ ਕਿ ਦੁਨੀਆ ਦਾ ਕੋਈ ਇਹੋ ਜਿਹਾ ਮਹਾਂਪੁਰਖ ਹੋਇਆ, ਇਹੋ ਜਿਹਾ ਕੋਈ ਜਰਨੈਲ ਆਗੂ ਹੋਇਆ ਕਿਸੇ ਕੌਮ ਦਾ? ਤੁਸੀਂ ਇਤਿਹਾਸ ਪੜ੍ਹੇ ਹੋਣਗੇ ਕਿ ਕਾਲੇ ਪਾਣੀਆਂ ਦੀ ਜਦੋਂ ਸਜ਼ਾ ਹੋਈ ਤੇ ਉਦੋਂ ਆਗੂਆਂ ਦੇ ਜਿਹੜੇ ਗੜਵਾਈ ਸੀ ਉਹ ਵੀ ਕਹਿੰਦੇ ਬਾਬਾ ਜੀ ਇੱਥੋਂ ਤੱਕ ਹੀ ਆਉਣਾ ਸੀ, ਮੈਂ ਤਾਂ ਹੁਣ ਗਾਂ ਵਾਲੀ ਸਜ਼ਾ ਤੁਸੀਂ ਭੁਗਤੋ। ਪਰ ਨਹੀਂ, ਇੱਥੇ ਕਿਹਦਾ ਮੈਂ ਨਾਂ ਲਵਾਂ ਜਿਹੜਾ ਇੱਕ ਤੋਂ ਗਾਂਹ ਹੋ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਆਪਣੀ ਜਿੰਦ ਵਾਰਨ ਵਾਸਤੇ ਤਿਆਰ ਸੀ, ਜਿਹਦੇ ਵਿੱਚ ਸਾਧ ਸੰਗਤ ਜੀ ਭਾਵੇਂ ਸੰਤਾਂ ਦਾ ਡਰਾਈਵਰ ਹੋਵੇ, ਸੰਤਾਂ ਦਾ ਗੜਵਈ ਹੋਵੇ, ਸੰਤਾਂ ਦਾ ਪੀਏ ਹੋਵੇ, ਸੰਤਾਂ ਦਾ ਸਲਾਹਕਾਰ ਹੋਵੇ, ਸੰਤਾਂ ਦਾ ਜਰਨੈਲ ਹੋਵੇ, ਸੰਤਾਂ ਦਾ ਭਤੀਜਾ ਹੋਵੇ, ਸੰਤਾਂ ਦਾ ਭਰਾ ਹੋਵੇ, ਕਿਹਦੇ ਨਾਲ ਲਈ ਇੱਥੇ? ਕਿਹਨੇ ਹੱਸ ਕੇ ਸ਼ਹੀਦੀ ਨਹੀਂ ਪਾਈ? ਪਰ ਦੂਜੇ ਪਾਸੇ ਮੈਂ ਇਹ ਵੀ ਬੇਨਤੀ ਕਰਾਂ, ਕਿਸੇ ਸ਼ਰਾਬੀ ਨੂੰ ਸੁਧਾਰ ਕੇ ਸੰਤਾਂ ਨੇ ਭਾਈ ਰਸਾਲ ਸਿੰਘ ਵਰਗੇ ਨੂੰ ਕਿਤੇ ਖੰਡੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਨਾਲ ਜੋੜਿਆ ਹੋਵੇ, ਉਹ ਵੀ ਆਪਾਂ ਵਾਰਨ ਵਾਸਤੇ ਤਰਾਨੇ ਗਾ ਰਿਹਾ ਹੋਵੇ, ਕਾਰ ਸੇਵਾ ਦੀਆਂ ਟੋਕਰੀਆਂ ਢੋਣ ਵਾਲੇ
ਉਹ ਇੱਕ ਤੋਂ ਦੂਜਾ ਮੂਹਰੇ ਹੋ ਕੇ ਲੜਨ ਵਾਸਤੇ, ਸ਼ਹੀਦੀ ਪਾਉਣ ਵਾਸਤੇ ਤਿਆਰ ਹੋਵੇ। ਫੌਜ 'ਚ ਇਹ ਜਜ਼ਬਾ ਹੋ ਸਕਦਾ? ਫੌਜ 'ਚ ਨਹੀਂ ਹੋ ਸਕਦਾ। ਇਹ ਆਮ ਪਿੰਡਾਂ ਦੇ ਲੋਕ ਆਪਣੀਆਂ ਰਫਲਾਂ ਲੈ ਕੇ, ਆਪਣੇ ਹਥਿਆਰ ਜਿਹੜੇ ਉਹਨਾਂ ਦੇ ਲਾਇਸੈਂਸੀ ਹਥਿਆਰ ਸੀ ਉਹ ਲੈ ਕੇ ਪਹੁੰਚ ਜਾਣ ਕਿ ਮਹਾਂਪੁਰਖੋ ਸਾਡੀ ਸੇਵਾ ਪ੍ਰਵਾਨ ਕਰੋ। ਇੱਕ ਨੌਜਵਾਨ 26 ਸਾਲ ਦੀ ਉਮਰ ਸੰਤਾਂ ਕੋਲੇ ਪਿੱਛੇ ਜੇ ਖੜਾ ਸੰਗਤ ਵਿੱਚ, ਜਦੋਂ ਬਚਨ ਬਲਾਸ ਹੋਟੇ, ਸੰਤ ਕਹਿੰਦੇ ਗੁਰਮੁਖਾ ਭਾਈ ਤੇਰਾ ਕੀ ਨਾਂ ਹੈ? ਉਰੇ ਆ ਮੇਰੇ ਕੋਲ, ਦੱਸਿਆ ਆਪਦਾ ਨਾਮ, ਕੀ ਚਾਹੁੰਦਾ ਤੂੰ? ਤੇ ਸੰਤਾਂ ਦੇ ਬਿਲਕੁਲ ਕੋਲੇ ਹੋ ਕੇ ਕਹਿੰਦਾ ਮਹਾਰਾਜ ਮੇਰਾ ਸਿਰ ਲਵਾ ਦਿਓ ਕਿਤੇ। ਇਹ ਭਾਵਨਾਵਾਂ ਕੌਣ ਪੈਦਾ ਕਰ ਸਕਦਾ? ਕੋਈ ਪੈਦਾ ਕਰ ਸਕਦਾ? ਤੇ ਜਿਹੜੇ ਕੋਲ ਸਿੰਘ ਕਹਿੰਦੇ ਸੀ ਸਿੰਘਵਾ ਭਾਈ ਗੱਲ ਸੁਣੋ, ਆ ਸਿੰਘ ਦੀ ਗੱਲ ਸੁਣੋ ਕੀ ਕਹਿੰਦਾ ਹੈ। ਪੁੱਛਿਆ ਕੀ ਕਹਿੰਦਾ ਭਾਈ? ਆਂਦੇ ਮੈਂ ਤੇ ਮਹਾਂਪੁਰਖਾਂ ਨੂੰ ਕਿਹਾ ਮੇਰਾ ਸੀਸ ਲਵਾ ਦਿਓ ਇੱਥੇ ਕਿਤੇ। ਜਿਹੜੀਆਂ ਇਹ ਭਾਵਨਾਵਾਂ ਲੈ ਕੇ ਆਏ ਸੀ ਉਹ ਡਰ ਸਕਦੇ ਸੀ ਫੌਜ ਤੋਂ। ਫੌਜ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਹਾਂ ਜਿਹੜੇ ਇੱਥੇ ਰਹਿੰਦੇ ਸੀਗੇ ਫੌਜੀ ਅਫਸਰ, CID ਅਫਸਰ, ਸਿਵਲ ਦੇ ਅਫਸਰ, ਪੁਲਿਸ ਦੇ ਅਫਸਰ, ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਕਿਹਾ ਵੀ ਇਹ ਕੁਝ ਨਹੀਂ ਹੋਣਾ, ਕਿਸੇ ਨੇ ਇੱਥੇ ਸਰੈਂਡਰ ਨਹੀਂ ਕਰਨਾ। ਪਰ ਸਾਧ ਸੰਗਤ ਇਹਦੇ ਬਾਵਜੂਦ ਲੜਾਈ ਹੋਈ। ਪਹਿਲਾਂ ਪੈਰਾਸੂਟ ਦੇ ਰਾਹੀਂ ਵੀ ਇੰਨੇ ਕੁ ਬੰਦੇ ਫੜ ਕੇ ਹੀ ਮੁਕਾਬਲਾ ਕਰ ਲੈਣਗੇ, ਕਿਉਂਕਿ ਜਨਰਲ ਕੁਲਦੀਪ ਤੇ ਆਪਦੀ ਸੋਚਣੀ ਤੇ ਸੀ ਨਾ। ਜਦੋਂ ਉਹਨਾਂ ਨੂੰ ਪਾਰ ਬੁਲਾਤਾ ਫਿਰ ਗੋਤਾਖੋਰ ਟ੍ਰੇਨਡ ਬੰਦੇ ਲਿਆਂਦੇ, ਇੱਕ ਸਰੋਵਰ ਵੀ ਦੀ ਤੈਰ ਕੇ ਲੰਘ ਜਾਣਗੇ। ਤੇ ਜਨਰਲ ਸ਼ਵੇਕ ਸਿੰਘ, ਭਾਈ ਅਮਰੀਕ ਸਿੰਘ, ਜਿਨ੍ਹਾਂ ਦੀ ਵਿਉਂਤ ਬੰਦੀ ਤੇ ਮੋਰਚਾਬੰਦੀ ਹੋਈ ਸੀ। ਹੁਣ ਸੋਚੋ ਵੀ ਮੋਰਚਾਬੰਦੀ ਦੀ ਜ਼ਰੂਰਤ ਸੀ ਕਿ ਜਾਂ ਜਨਰਲ ਕੁਲਦੀਪ ਆਉਂਦਾ ਤੇ ਗਲਮੇ ਤੋਂ ਫੜ ਕੇ ਲੈ ਜਾਂਦਾ ਅਮਰੀਕ ਸਿੰਘ ਹੁਣਾਂ ਨੂੰ, ਸੰਤਾਂ ਨੂੰ, ਸਾਰਿਆਂ ਨੂੰ, ਫੇਰ ਠੀਕ ਸੀ। ਹਲੇ ਵੀ ਵਿਚਾਰਦੇ ਹੋ ਵੀ ਮੋਰਚਾਬੰਦੀ ਕਿਉਂ ਹੋਈ? ਜਿਹੜਾ ਜਨਰਲ ਕੁਲਦੀਪ ਲੱਖ ਫੌਜ ਲੈ ਕੇ ਆਇਆ ਸੀ, ਮੱਥਾ ਟੇਕਣ ਆਇਆ ਸੀ, ਇੱਥੇ ਚੜ ਕੇ ਆਇਆ ਸੀ ਨਾ। ਫਿਰ ਜਿਹੋ ਜੀ ਭਾਵਨਾ ਲੈ ਕੇ ਕੋਈ ਆਵੇਗਾ ਨਾ ਇੱਥੇ, ਤੇ ਉਹੋ ਜਿਹਾ ਫਲ ਤਾਂ ਉਹਨੂੰ ਮਿਲਣਾ ਹੀ ਮਿਲਣਾ ਹੈ। ਫਿਰ ਸਾਧ ਸੰਗਤ ਜੀ ਉਹਦੇ ਤੋਂ ਬਾਅਦ ਮੈਂ ਜਕਾਰੇ ਵਾਲੇ ਸਿੰਘਾਂ ਨੂੰ ਬੇਨਤੀ ਕਰਾਂ, ਸਮਾਂ ਬੜਾ ਸੀਮਤ ਹੈ, ਧਿਆਨ ਨਾਲ ਬੇਨਤੀ ਸੁਣੋ, ਇਹ ਇਤਿਹਾਸਕ ਤੱਥ ਨੇ। ਸੋ ਫਿਰ ਉਹਦੇ ਤੋਂ ਬਾਅਦ ਹਰ ਦਰਵਾਜ਼ੇ ਤੋਂ ਕੱਲੇ ਕਮਾਂਡਰ ਦੀ ਉਹਨਾਂ ਨੇ ਫੌਜ ਭੇਜਣ ਦਾ ਯਤਨ ਕੀਤਾ। ਜਦੋਂ ਉਹਦਾ ਵੀ ਮੂੰਹ ਭੰਨਿਆ ਗਿਆ, ਸਾਧ ਸੰਗਤ ਇਹ ਵੀ ਮੈਂ ਬੇਨਤੀ ਕਰਾਂ, ਅਕਾਲ ਰੈਸਟ ਹਾਊਸ, ਗੁਰੂ ਰਾਮਦਾਸ ਰਾਹ, ਨਾਨਕ ਨਿਵਾਸ, ਇੱਥੇ ਭਾਈ ਅਮਰੀਕ ਸਿੰਘ ਦੀ ਫੈਡਰੇਸ਼ਨ ਦੇ ਬੰਦੇ, ਨੌਜਵਾਨ, ਜਾਂ ਇੱਥੇ ਦਲ ਖਾਲਸਾ ਦੇ ਜਾਂ ਹੋਰ ਵੀ ਗੁਰਸਿੱਖ ਸਨ, ਜਦੋਂ ਤੱਕ ਉਹਨਾਂ ਕੋਲ ਹਥਿਆਰ ਰਿਹਾ, ਗੋਲੀ ਛਿੱਕਾ ਰਿਹਾ, ਉਹ ਲੜੇ, ਡਰੇ ਨਹੀਂ ਉਹ ਵੀ। ਪਰ ਜਦੋਂ ਬਰੂਦ ਮੁੱਕ ਗਿਆ, ਗੋਲੀ ਛਿੱਕਾ ਮੁੱਕ ਗਿਆ, ਸੀਮਿਤ ਸਾਧਨ ਸੀ ਨਾ, ਤੁਸੀਂ ਤਾਂ ਦਿਨਾਂ ਦੇ ਭੁੱਖੇ ਪਿਆਸੇ, ਤੇ ਉਹੀ ਬੰਦੇ ਰੋਜ਼ ਲੜਨ ਵਾਲੇ, ਉਹਨਾਂ ਦਾ ਤਾਂ ਤਰੋ ਤਾਜ਼ਾ ਅੱਜ ਵਾਲੀ ਫੌਜ ਪਿਛਾਂਹ ਕਰ ਲਓ ਤੇ ਕੱਲ ਨੂੰ ਨਵੀਂ ਭੇਜੋ, ਜਿਹੜੇ ਮਰ ਗਏ ਉਹਨਾਂ ਨੂੰ ਪਾਸੇ ਕਰ ਲਓ, ਉਹਨਾਂ ਦੀ ਥਾਂ ਤੇ ਨਵੇਂ ਭੇਜ ਦਿਓ। ਪਰ ਜਦੋਂ 5 ਤਰੀਕ ਆ ਗਈ ਨਾ, ਤੇ ਕਈਆਂ ਥਾਵਾਂ ਤੋਂ ਫੌਜ ਦੇ ਵਿੱਚੋਂ ਬਗਾਵਤ ਹੋ ਗਈ। ਜਿਹੜੇ ਫੌਜੀ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ, ਦੇਖੋ ਰੋਜੀ ਰੋਟੀ ਦੀ ਖਾਤਰ ਮਨੁੱਖ ਫੌਜ ਵਿੱਚ ਭਰਤੀ ਹੁੰਦਾ ਹੈ, ਉਹਨੂੰ ਆਪਣੇ ਪਰਿਵਾਰ ਦਾ ਰੁਜ਼ਗਾਰ ਵੀ ਦਿੰਦਾ ਹੈ। ਪਰ ਜਦੋਂ ਧਰਮ ਦੀ ਗੱਲ ਆ ਗਈ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਬਲਕਿ ਕਈ ਬ੍ਰਿਗੇਡੀਅਰ ਵਰਗੇ ਅਹੁਦਿਆਂ ਤੇ ਉੱਪਰ ਵੀ ਉਹਨਾਂ ਫੌਜੀਆਂ ਨੂੰ ਸੋਧ ਦਿੱਤਾ ਜਿਹੜੇ ਵਿਰੋਧ ਕਰਦੇ ਸੀ, ਅਪਸ਼ਬਦ ਬੋਲਦੇ ਸੀ ਗੁਰੂ ਬਾਰੇ। ਕਈ ਫੌਜੀ ਰਾਹ 'ਚ ਮਾਰੇ ਗਏ, ਸ਼ਹੀਦ ਹੋ ਗਏ, ਕਈ ਫੜੇ ਗਏ, ਲੰਮੀਆਂ ਸਜ਼ਾਵਾਂ ਹੋਈਆਂ। ਇਹ ਵੀ ਇੱਕ ਲੰਮੀ ਗੱਥ ਹੈ। ਪਰ ਫੌਜ ਵਿੱਚੋਂ ਬਗਾਵਤ ਹੋ ਜਾਣੀ ਕਿੱਡੀ ਵੱਡੀ ਗੱਲ। ਤੇ ਫਿਰ ਜਿਹੜੇ ਡੈਮੋਕ੍ਰੈਟਿਕ ਦੇਸ਼, ਰਸ਼ੀਆ ਵਰਗੇ, ਬਰਤਾਨੀਆ ਵਰਗੇ, ਜਿਨ੍ਹਾਂ ਦੀ ਸਲਾਹ ਤੇ ਇੰਦਰਾ ਗਾਂਧੀ ਫਖਰ ਕਰਕੇ ਬੈਠੀ ਸੀ ਕਿ ਮੈਨੂੰ ਹੁਣ ਬਾਹਰੋਂ ਕੋਈ ਖਤਰਾ ਨਹੀਂ, ਉਹ ਵੀ ਪੁੱਛਣ ਲੱਗ ਗਏ ਵੀ ਤੂੰ ਤਾਂ ਕਹਿੰਦੀ ਸੀ ਕੁਝ ਘੰਟਿਆਂ ਦੀ ਕਾਰਵਾਈ ਹੈ, ਇਹ 5ਵਾਂ ਦਿਨ ਕਿਵੇਂ ਆ ਗਿਆ? ਤੇ ਫਿਰ ਸੋਚਣ ਲੱਗੇ ਵੀ ਹੁਣ ਆਰ ਪਾਰ ਦੀ ਲੜਾਈ ਲੜ ਲਓ। 12 ਟੈਂਕ ਭੇਜ ਤੇ 12 ਟੈਂਕ। ਤੁਸੀਂ ਜਾਓ ਨਾ ਕਿਤੇ
ਸ਼ਾਇਦ ਪਾਕਿਸਤਾਨ ਦੇ ਕਿਸੇ ਬਾਰਡਰ ਤੇ 12 ਟੈਂਕ ਨਾ ਵੇਖੇ ਹੋਣ ਤੁਸੀਂ, ਚਾਈਨਾ ਦੇ ਬਾਰਡਰ ਤੇ ਨਾ ਦੇਖੇ ਹੋਣ, ਪਰ ਇੱਥੇ 12 ਟੈਂਕ ਛੋਟੇ ਜਿਹੇ ਕੰਪਲੈਕਸ ਦੇ ਵਿੱਚ ਭੇਜ ਦਿੱਤੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਗੱਲਾਂ ਦੋ ਸੀ ਸਾਧ ਸੰਗਤ। ਇੱਕ ਤੇ ਸਮੁੱਚੀ ਕੌਮ ਨੂੰ ਲੰਮੇ ਸਮੇਂ ਲਈ ਸਬਕ ਸਿਖਾਉਣਾ ਸੀ ਵੀ ਇਹ ਸਿਰ ਚੁੱਕਣ ਹੀ ਨਾ। ਦੂਜਾ ਦਮਦਮੀ ਟਕਸਾਲ, ਇਹਨੂੰ ਨੇਸ ਤੋਂ ਨਬੂਸ ਕਰਨਾ ਹੈ, ਇਹਦਾ ਮਲੀਆ ਮੇਟ ਕਰਨਾ ਹੈ। ਦਮਦਮੀ ਟਕਸਾਲ ਦਾ ਮੁੜ ਕੇ ਕੋਈ ਵਿਦਿਆਰਥੀ ਸਿਰ ਨਾ ਚੁੱਕ ਸਕੇ। ਇਹ ਗੱਲਾਂ ਸੀ ਦੋ। ਇਹ ਗੱਲਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਟੈਂਕ ਚਲਾਏ, ਤੋਪਾਂ ਚਲਾਈਆਂ, ਪਰ ਗੁਰੂ ਕੇ ਬਹਾਦਰ ਸੂਰਬੀਰ ਯੋਧਿਆਂ ਨੇ ਕਈਆਂ ਟੈਂਕਾਂ ਦੇ ਵੀ ਮੂੰਹ ਮੋੜੇ, ਟੈਂਕਾਂ ਦੀਆਂ ਚੈਨਾਂ ਉਡਾਤੀਆਂ। ਭਾਈ ਮੋਹਰ ਸਿੰਘ ਵਰਗੇ ਗਿਆਨੀ ਜਿਹੜੇ ਆਪਣੀਆਂ ਬੱਚੀਆਂ ਸਮੇਤ ਟੈਂਕਾਂ ਤੇ ਛਾਲਾਂ ਮਾਰ ਕੇ ਲੱਕ ਦੇ ਨਾਲ ਬਰੂਦ ਬੰਨ੍ਹ ਕੇ ਉਹ ਟੈਂਕ ਬਾਬਾ ਦੀਪ ਸਿੰਘ ਦੇ ਸਥਾਨ ਦੇ ਸਾਹਮਣੇ ਧੱਸਿਆ। ਸਾਧ ਸੰਗਤ ਜੀ, ਜੇ ਬੀਬੀਆਂ ਦੀ ਗੱਲ ਆਈਏ, ਇੱਥੇ ਇੱਕ ਨਹੀਂ ਵੀ ਜਿਹੜੇ ਲੜਨ ਵਾਸਤੇ ਆਏ ਸੀ ਕੇਵਲ ਸਿੰਘ ਸੀ, ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਇੱਥੇ ਲੜਦਿਆਂ ਹੋਇਆਂ ਸ਼ਹੀਦ ਹੋ ਗਏ। ਬੀਬੀ ਪ੍ਰੀਤਮ ਕੌਰ ਜਿਹਦਾ ਕੁਝ ਦਿਨਾਂ ਦਾ ਬੱਚਾ ਜ਼ਾਲਮਾਂ ਨੇ ਸ਼ਹੀਦ ਕੀਤਾ, ਪਰ ਉਹ ਇਹਨਾਂ ਮੋਰਚਿਆਂ 'ਚ ਡਟੀ ਰਹੀ। ਇੱਥੇ ਸਾਧ ਸੰਗਤ ਜੀ, ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਨਾ, ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਵਾਲੇ ਗੁਰਸਿੱਖਾਂ ਦੀ ਤੋਟ ਨਹੀਂ ਆਈ। ਜ਼ਿਲ੍ਹਾ ਸੰਗਰੂਰ ਤੋਂ ਪਿੰਡ ਭਲਵਾਨ, ਉੱਥੋਂ ਦਾ ਭਾਈ ਨਛੱਤਰ ਸਿੰਘ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਸੀ ਅਕਾਲੀ ਦਲ ਦਾ ਸੰਗਰੂਰ ਦਾ, ਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ, ਆਪਣੇ ਪਰਿਵਾਰ ਸਮੇਤ ਆਪਣੀ ਬੇਟੀ, ਆਪਣੀ ਭੈਣ, ਮਾਤਾ ਤੇ ਸੈਂਕੜਿਆਂ ਦਾ ਜੱਥਾ ਲੈ ਕੇ ਇੱਥੇ ਪਹੁੰਚਿਆ ਹੋਇਆ ਸੀ, ਪਰ ਵਾਪਸ ਨਹੀਂ ਜਾ ਸਕਿਆ। 6 ਤਰੀਕ ਨੂੰ ਉਹ ਵੀ ਸ਼ਹੀਦ ਹੋ ਗਿਆ। ਇੱਥੇ ਭਾਈ ਨਛੱਤਰ ਸਿੰਘ ਭਲਵਾਨ ਉਹ ਵੀ ਸ਼ਹੀਦ ਹੋ ਗਿਆ। ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਦਾ ਹੋਇਆ ਰਾਗੀ ਭਾਈ ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ, ਉਹ ਵੀ ਸ਼ਹੀਦ ਹੋ ਗਿਆ। ਸਾਧ ਸੰਗਤ ਜੀ, ਇੱਥੇ ਵਰਦੀਆਂ ਗੋਲੀਆਂ ਦੇ ਵਿੱਚ ਸਿੰਘ ਸਾਹਿਬਾਨ ਗਿਆਨੀ ਮੋਹਨ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ ਐਨ ਮਰਦਾਂ ਬਹਾਦਰਾਂ ਦੀ ਤਰ੍ਹਾਂ, ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਡਟੇ ਰਹੇ। ਕਿਹਦਾ ਨਾਂ ਲਵਾਂਗੇ? ਪਰ ਜਦੋਂ ਸਾਰਾ ਕੁਝ 6 ਤਰੀਕ ਦਾ ਲੰਘਿਆ, ਉਦੋਂ ਤੱਕ ਬਹੁਤ ਸਾਰੀ ਫੌਜ ਵੀ ਮਾਰੀ ਜਾ ਚੁੱਕੀ ਸੀ, ਅਕਾਲ ਤਖਤ ਸਾਹਿਬ ਵੀ ਢਾਇਆ ਜਾ ਚੁੱਕਿਆ ਸੀ, ਤੇ ਫਿਰ ਉਹਦੀਆਂ ਜਿਹੜੀਆਂ ਕੀ ਉਹਦੇ ਤੋਂ ਇਹ ਭਾਵਨਾਵਾਂ ਪੂਰੀਆਂ ਹੋ ਗਈਆਂ। ਸਾਧ ਸੰਗਤ, ਜੰਗ ਬਹੁਤ ਜ਼ਬਰਦਸਤ ਹੋਇਆ ਇੱਥੇ, ਉਹਦੀ ਦਾਸਤਾਨ ਲਿਖੀ ਜਾ ਸਕਦੀ ਆ, ਪਰ ਮੈਂ ਇੱਕ ਗੱਲ ਦੂਸਰੇ ਪਾਸੇ ਦੀ ਕਹਿਣਾ ਚਾਹੁੰਦਾ, ਸਮਾਂ ਇੰਨਾ ਕਹਿਣਾ, ਜਿਹੜੀਆਂ ਦੋ ਭਾਵਨਾਵਾਂ ਲੈ ਕੇ ਇੰਦਰਾ ਗਾਂਧੀ ਨੇ ਇੱਥੇ ਅਟੈਕ ਕੀਤਾ ਸੀ ਕਿ ਸਿੱਖ ਸਿਰ ਨਹੀਂ ਚੁੱਕ ਸਕਣਗੇ, ਦਮਦਮੀ ਟਕਸਾਲ ਸਾਹ ਨਹੀਂ ਕੱਢ ਸਕੇਗੀ, ਤੇ ਜਿਹੜੀ ਇਹਦੀ ਬੋਲੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ, ਉਹ ਇੱਥੇ ਹੀ ਦਬਾ ਦਿੱਤੀ ਜਾਏਗੀ, ਦਫਨ ਕਰ ਦਿੱਤੀ ਜਾਏਗੀ, ਕੋਈ ਉਹਦਾ ਨਾਂ ਤੱਕ ਨਹੀਂ ਲਏਗਾ। ਕੀ ਇਹਦੇ 'ਚ ਕਾਮਯਾਬ ਹੋ ਗਏ? ਤੁਸੀਂ ਹੁਣ ਸੋਚਿਓ ਵੀ ਜਿੱਤ ਕਿਹਦੀ ਹੋਈ, ਕਾਮਯਾਬ ਕੌਣ ਹੋਇਆ? ਜਿਹਦਾ ਕੋਈ ਨੁਕਸਾਨ ਨਹੀਂ ਨਾ ਹੋਇਆ। 1984 ਵੇਲੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਸੀ ਜਾਂ ਚੰਗੇ ਕੈਮਿਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਉਹ ਅੱਜ ਸਾਨੂੰ ਕਹਿੰਦੇ ਉਹ ਕਾਲੇ ਦਿਨ ਸੀ, ਬੜਾ ਕੌਮ ਦਾ ਨੁਕਸਾਨ ਹੋ ਗਿਆ, ਜਿਹਦਾ ਆਪਦਾ ਕੋਈ ਨੁਕਸਾਨ ਨਹੀਂ ਹੋਇਆ। ਸਾਧ ਸੰਗਤ, ਜਿਨ੍ਹਾਂ ਦੇ ਭਰਾ ਸ਼ਹੀਦ ਹੋ ਗਏ, ਜਿਨ੍ਹਾਂ ਦੇ ਪਿਓ ਸ਼ਹੀਦ ਹੋ ਗਏ, ਜਿਨ੍ਹਾਂ ਬੀਬੀਆਂ ਦੇ ਘਰ ਵਾਲੇ ਸ਼ਹੀਦ ਹੋ ਗਏ, ਤੁਸੀਂ ਕਿਸੇ ਇੰਟਰਵਿਊ 'ਚ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਕਿ ਸਾਡਾ ਬੜਾ ਨੁਕਸਾਨ ਹੋ ਗਿਆ? ਜਿਨ੍ਹਾਂ ਦੀ ਚੀਚੀ ਤੇ ਚੀਰ ਨਹੀਂ ਆਇਆ, ਉਹ ਕਹਿੰਦੇ ਕਾਲੇ ਦਿਨ ਸੀ। ਪਰ ਤੁਸੀਂ ਦੇਖਿਓ ਜਿੱਤ ਕਿਹਦੀ ਹੋਈ। ਸਾਧ ਸੰਗਤ, ਮੈਂ ਹੁਣੇ ਬੇਨਤੀ ਕਰਕੇ ਆਇਆ, ਥੋੜੇ ਜਿਹੇ ਦਿਨ ਬਾਅਦ ਮੈਂ ਉਦੋਂ ਬਾਹਰ ਸੀ, ਇੱਥੇ ਚੰਦਰ ਸ਼ੇਖਰ ਆਇਆ,
ਚੰਦਰ ਸ਼ੇਖਰ ਨੇ ਮੱਥਾ ਟੇਕਿਆ, ਵਾਪਸ ਚਲੇ ਗਿਆ। ਰਸਤੇ ਵਿੱਚ ਖੜ ਗਿਆ ਆਮ ਲੋਕਾਂ ਦੇ ਕੋਲ, ਉੱਥੇ ਪ੍ਰੈਸ ਨੇ ਵੀ ਘੇਰਿਆ, ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕਰਦੇ ਆ? ਤੇ ਉਹਨੇ ਸਾਹਮਣੇ ਇੱਕ ਚਿੱਟੀ ਦਾੜੀ ਵਾਲਾ ਇੱਕ ਬਜ਼ੁਰਗ ਖੜਾ ਸੀ, ਉਹਨੂੰ ਪੁੱਛਿਆ, ਬਾਬਾ ਜੀ ਤੁਸੀਂ ਕੀ ਮਹਿਸੂਸ ਕਰਦੇ ਆ? ਉਹ ਬੋਲਿਆ ਨਹੀਂ, ਪਰ ਉਹਦੀਆਂ ਅੱਖਾਂ ਚੋਂ ਅੱਥਰੂ ਨਿਕਲ ਕੇ ਉਹਦੀ ਦਾੜੀ ਤੇ ਆ ਗਏ। ਚੰਦਰ ਸ਼ੇਖਰ ਕਹਿੰਦਾ ਵੀ ਆਹ ਅੱਥਰੂਆਂ ਦੀ ਭਾਸ਼ਾ ਮੈਂ ਨਹੀਂ ਦੱਸ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ, ਪਰ ਮੈਨੂੰ ਇਹ ਪਤਾ ਹੈ ਕਿ ਇਹਨਾਂ ਅੱਥਰੂਆਂ ਦੀ ਭਾਸ਼ਾ ਬੜੀ ਸਖਤ ਹੋਵੇਗੀ। ਸਾਧ ਸੰਗਤ, ਉਹ ਵਾਕਿਆ ਹੀ ਥੋੜਾ ਜਿਹਾ ਅੱਗੇ ਚੱਲੋਗੇ ਤਾਂ ਕੀ ਸਿੱਖ ਕੌਮ ਦਬਾਈ ਗਈ? ਨਹੀਂ, ਇੱਥੇ ਤਾਂ ਉਹ ਗਰੀਬ ਸਿੱਖ ਭਾਈ ਬੇਅੰਤ ਸਿੰਘ ਵਰਗੇ, ਜਿਨ੍ਹਾਂ ਨੇ ਆ ਕੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਿਗੁਰੂ ਇੱਥੇ ਮੇਰੇ ਭਰਾਵਾਂ ਨੇ ਸਿਰ ਲਾਏ, ਇੱਥੇ ਯੋਧੇ ਬਹਾਦਰਾਂ ਨੇ ਯੁੱਧ ਲੜਿਆ, ਮੇਰੇ ਤੇ ਵੀ ਕਿਰਪਾ ਕਰ ਦੇ, ਮੈਂ ਵੀ ਤੇਰੀ ਸੇਵਾ 'ਚ ਥੋੜ੍ਹਾ ਜਿਹਾ ਹਿੱਸਾ ਪਾ ਸਕਾਂ। ਇੱਥੇ ਸਤਵੰਤ ਸਿੰਘ ਨੇ ਅਰਦਾਸਾਂ ਕੀਤੀਆਂ, ਕੇਰ ਸਿੰਘ ਨੇ ਕੀਤੀਆਂ ਕਿ ਮਹਾਰਾਜ ਸਾਨੂੰ ਵੀ ਸੇਵਾ ਬਖਸ਼। ਤੇ ਉਹਨਾਂ ਉਹ ਸੇਵਾ ਲਈ ਜਿਹੜੀ ਦਮਗਜੇ ਮਾਰਦੀ ਕਿ ਸਿੱਖ ਕੌਮ ਉੱਠ ਨਹੀਂ ਸਕਦੀ, ਉਹਦੇ ਘਰੇ ਹੀ ਜਾ ਕੇ ਉਹਨੂੰ ਸੋਧ ਦਿੱਤਾ। ਫਿਰ ਇਹਨਾਂ ਨੂੰ ਅਕਲ ਆਈ ਕਿ ਨਹੀਂ, ਇਹ ਸਿੱਖ ਕੌਮ ਦਬਾਈ ਨਹੀਂ ਜਾ ਸਕਦੀ। ਫਿਰ ਜਿਹੜਾ ਫੌਜ ਦਾ ਅਫਸਰ, ਫੌਜ ਦਾ ਕਮਾਂਡਰ, ਫੌਜ ਦਾ ਜਰਨਲ ਵੈਦਿਆ, ਜਿਹਨੂੰ ਕਮਾਂਡ ਦਿੱਤੀ ਗਈ ਸੀ ਸਾਰੀ, ਉਹਦੇ ਵੱਲ ਸਿੱਖ ਨੌਜਵਾਨਾਂ ਦੀ ਨਜ਼ਰ ਹੋਈ ਵੀ ਉਹ ਵੀ ਸੋਧਣਾ ਚਾਹੀਦਾ। ਫਿਰ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਮਨ ਵਿੱਚ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਥੋੜ੍ਹੀ ਸੇਵਾ ਸਾਨੂੰ ਵੀ ਬਖਸ਼ ਦੇ। ਇਹ ਆਏ ਨਾ ਕਹਿਣ ਕਿ ਕੌਮ ਅਸੀਂ ਲਤਾੜ ਦਿੱਤੀ ਹੈ। ਸਾਧ ਸੰਗਤ, ਇੱਕ ਸਟੇਟ ਨਹੀਂ, 7ਵੀਂ ਸਟੇਟ 'ਚ ਜਾ ਕੇ ਜਨਰਲ ਵੈਦਿਆ ਨੂੰ ਵੀ ਗੱਡੀ ਚਾੜ ਦਿੱਤਾ। ਦੇਖੋ, ਫੌਜ ਦਾ ਜਰਨਲ, ਯੁੱਧ ਬੜੇ ਹੋਏ ਨੇ ਪਹਿਲਾਂ ਵੀ, ਪਹਿਲੇ ਯੁੱਧਾਂ ਦੇ ਵਿੱਚ ਸਾਧ ਸੰਗਤ ਜੀ ਇੰਨੀ ਪ੍ਰਾਪਤੀ ਨਹੀਂ ਜੇ ਤੁਹਾਨੂੰ ਹੋਈ ਕਿ ਯੁੱਧ ਕਰਨ ਵਾਲਾ, ਫੌਜ ਭੇਜਣ ਵਾਲਾ ਕੋਈ ਬਾਦਸ਼ਾਹ ਮਾਰਿਆ ਹੋਵੇ ਆਪਾਂ। ਹਾਂ, ਜਰਨੈਲ ਤੇ ਮਾਰੇ ਨੇ, ਮੱਸੇ ਵਰਗੇ ਬਥੇਰੇ ਰੋੜੇ ਨੇ, ਪਰ ਇੱਥੇ ਫੌਜ ਦਾ ਜਰਨੈਲ ਵੀ ਤੇ ਦੇਸ਼ ਦੀ ਬਾਦਸ਼ਾਹਤ ਕਰਨ ਵਾਲੀ ਇੰਦਰਾ ਗਾਂਧੀ ਵੀ, ਦੋਵਾਂ ਨੂੰ ਲੋਹੇ ਦੇ ਚਣੇ ਚਬਾਏ। ਤੇ ਫਿਰ ਕੀ, ਉਹ ਆਵਾਜ਼ ਖਤਮ ਹੋ ਗਈ? ਆਵਾਜ਼ ਨਹੀਂ ਖਤਮ ਹੋਈ। ਅਸੀਂ ਇੱਥੇ ਤੇ ਸਾਨੂੰ ਕਰਫਿਊ ਥੱਲੇ ਰੱਖਿਆ ਗਿਆ, ਫੌਜ ਦੇ ਪਹਿਰੇ ਥੱਲੇ ਰੱਖਿਆ ਗਿਆ, ਪਰ ਸੱਤ ਸਮੁੰਦਰਾਂ ਤੋਂ ਪਾਰ ਵਸਦੀ ਇਸ ਸਿੱਖ ਕੌਮ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਇੰਟਰਨੈਟ ਤੋਂ ਪੜ੍ਹਿਆ, ਉਹਦੀਆਂ ਕੈਸਟਾਂ ਸੁਣੀਆਂ, ਉਹਦਾ ਲਿਟਰੇਚਰ ਇਕੱਠਾ ਕੀਤਾ, ਉਹਦਾ ਮਤਾਲਿਆ ਕੀਤਾ, ਉਹਦੇ 'ਤੇ ਐਨਾਲਿਸਿਸ ਕੀਤਾ, ਫਿਰ ਸਾਬਤ ਸੂਰਤ ਹੋਏ। ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆਵਾਂ ਦਿੱਤੀਆਂ ਤੇ ਸਾਧ ਸੰਗਤ ਫਿਰ ਸਾਬਤ ਸੂਰਤ ਗੁਰੂ ਕੇ ਸਿੱਖ ਪਾਰਲੀਮੈਂਟ ਮੈਂਬਰ ਬਣੇ। ਵਿਦੇਸ਼ਾਂ ਦੇ ਵਿੱਚ ਸਾਧ ਸੰਗਤ ਜੀ ਉਹ ਕੈਬਨਿਟ ਮੰਤਰੀ ਬਣੇ। ਅੱਜ ਖਾਲਸੇ ਦੇ ਝੰਡੇ ਉਹਨਾਂ ਝੰਡਿਆਂ ਦੇ ਬਰਾਬਰ ਕੁਝ ਦਿਨ ਚਲਾਏ ਜਾਂਦੇ ਨੇ, ਜਦੋਂ ਇਹ ਸਮੇਂ ਆਉਂਦੇ ਨੇ ਤੁਹਾਡੀ ਹਾਰ ਹੋ ਗਈ ਸਾਧ ਸੰਗਤ ਜੀ। ਤੇ ਉਹ ਲੋਕ ਅੱਜ ਦੁਨੀਆ ਦੇ ਕਿਸੇ ਡੈਮੋਕ੍ਰੇਟ ਦੇਸ਼ ਦੇ ਸਾਹਮਣੇ ਸਿਰ ਉੱਚਾ ਕਰਕੇ ਦੱਸ ਨਹੀਂ ਸਕਦੇ। ਪਹਿਲੀ ਗੱਲ ਤਾਂ ਇਹ ਕਿ ਕੇਵਲ ਕਾਂਗਰਸ ਨਹੀਂ, ਕਾਂਗਰਸ ਨੂੰ ਚੁੱਕਿਆ, ਉਹਨੇ ਪਾਪ ਕੀਤਾ, ਕਿਸੇ ਨੇ ਹਾਂ ਦਾ ਨਾਰਾ ਮਾਰਿਆ ਆਪੋਜੀਸ਼ਨ ਨੇ, ਕੁਝ ਵਿਅਕਤੀਗਤ ਬੰਦਿਆਂ ਨੂੰ ਛੱਡ ਕੇ ਪਾਰਟੀ ਤੌਰ ਤੇ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵੀ ਇਹ 90% ਸ਼ਹਾਦਤਾਂ ਦੇਣ ਵਾਲੀ ਉਹ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਲਿਆਂਦੀ, ਉਹਦੇ ਤੇ ਆ ਕੁਝ ਕੀਤਾ, ਕਿਸੇ ਨੇ ਹਾਂ ਦਾ ਨਾਰਾ ਮਾਰਿਆ? ਨਹੀਂ ਨਾ ਮਾਰਿਆ। ਪਰ ਸਾਧ ਸੰਗਤ ਅੱਜ ਉਹਨਾਂ ਹੀ ਦੇਸ਼ਾਂ ਦੇ ਸਾਹਮਣੇ 21 ਤੋਪਾਂ ਦੀ ਸਲਾਮੀ ਦੇਣੀ ਪਈ ਇਸ ਖਾਲਸੇ ਦੇ ਉਹਨਾਂ ਸ਼ੇਰ ਬਹਾਦਰਾਂ ਨੂੰ ਜਿਹੜੇ ਡਿਫੈਂਸ ਦੇ ਮਿਨਿਸਟਰ ਨੇ ਕੈਨੇਡਾ ਦੇ।
ਨਹੀਂ ਸਲਾਮੀਆਂ ਦੇਣੀਆਂ ਪਈਆਂ। ਪਰ ਇੱਕ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ, ਇੱਥੇ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਿੱਖ ਬੁੱਧੀਜੀਵੀਆਂ ਨੇ, ਦਮਦਮੀ ਟਕਸਾਲ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਹੋਰ ਜਥੇਬੰਦੀਆਂ ਨੇ ਮਿਲ ਕੇ ਇੱਥੇ ਵੱਧ ਅਧਿਕਾਰਾਂ ਦੀ ਗੱਲ ਕਹੀ ਸੀ, ਅਨੰਦਪੁਰ ਦੇ ਮਤੇ ਦੀ ਗੱਲ ਕਹੀ ਸੀ। ਆਪਾਂ ਨੂੰ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਸੀ। ਆਪਾਂ ਤਾਂ ਛੱਡ ਹੀ ਗਏ। ਜੇ ਇਹ ਗੱਲਾਂ ਨਾ ਛੱਡੀਆਂ ਹੁੰਦੀਆਂ ਤੇ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਨਾ ਬੈਠਾ ਹੁੰਦਾ। ਸਾਧ ਸੰਗਤ, ਅੱਜ ਫਿਰ ਇਹ ਸ਼ਕਲਾਂ ਬਦਲੀਆਂ ਨੇ, ਸੂਰਤਾਂ ਬਦਲੀਆਂ ਨੇ, ਜਹਿਨੀਅਤ ਨਹੀਂ ਬਦਲੀ। ਅੱਜ ਬਾਰਡਰਾਂ ਤੇ ਬੈਠੇ ਕੀ ਕਰ ਰਹੇ ਆ ਵੀ ਸਾਡੇ ਤੇ ਧੱਕਾ ਨਾ ਕਰੋ, ਸਾਡੇ ਵਾਸਤੇ ਇਹੋ ਜਿਹੇ ਕਾਨੂੰਨ ਨਾ ਬਣਾਓ ਜਿਹੜੇ ਸਾਡੀ ਮੌਤ ਦੇ ਵਾਰੰਟ ਹੋਣ। ਪਰ ਕੋਈ ਸੁਣਦਾ ਨਹੀਂ, ਨਾ ਸੁਣਦਾ ਕੋਈ। ਤੇ ਉਦੋਂ ਲੱਗਦਾ ਸੀ ਵੀ ਸੰਤ ਜਜ਼ਬਾਤੀ ਆ, ਇਹ ਗਰਮ ਗੱਲ ਕਰਦੇ ਨੇ। ਦੱਸੋ ਇੱਕ ਵੀ ਗਰਮ ਗੱਲ ਕਿਹੜੀ ਸੀ ਭਾਈ? ਉਹ ਕਹਿੰਦੇ ਸਾਡੀਆਂ ਹੱਕੀ ਮੰਗਾਂ ਨੇ, ਜੇ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਹੈ ਨਾ, ਸਾਡੇ ਨਾਲ, ਤੇ ਜਿੰਨੀਆਂ ਕਿ ਤੁਸੀਂ ਜਾਇਜ਼ ਸਮਝਦੇ ਆ ਪਹਿਲਾਂ ਤਾਂ ਉਹਨਾਂ ਮੰਗਾਂ ਦਾ ਐਲਾਨ ਕਰ ਦਿਓ ਵੀ ਆਹ ਸਿੱਖਾਂ ਦੀਆਂ ਮੰਗਾਂ ਅਸੀਂ ਮੰਨ ਲਈਆਂ ਨੇ, ਤੇ ਜਿਹੜੀਆਂ ਰਹਿ ਜਾਣਗੀਆਂ ਆਪਾਂ ਉੱਤੇ ਵਿਚਾਰ ਕਰ ਲਾਂਗੇ। ਸੌਦਾ ਨਹੀਂ ਹੋਣਾ, ਸੌਦਾ ਨਹੀਂ ਹੋਣਾ। ਇਹ ਤਾਂ ਸਮਝੌਤਾ ਹੋਊਗਾ, ਜਿਵੇਂ ਦੋ ਕੌਮਾਂ ਦਾ ਹੁੰਦਾ ਨਾ, ਸਮਝੌਤਾ ਹੋਊਗਾ ਪਰ ਸੰਗਤ ਦੇ ਸਾਹਮਣੇ ਹੋਊਗਾ। ਇੱਥੇ ਸੱਤਾ ਦਾ ਸੌਦਾ ਨਹੀਂ ਹੋਣਾ, ਸਮਝੌਤਾ ਹੋਊਗਾ ਕੌਮਾਂ ਦਾ। ਤੇ ਫਿਰ ਆਓ, ਇਹ 'ਚ ਕੀ ਮਾੜੀ ਗੱਲ ਸੀ ਭਾਈ? ਇਹ ਤੇ ਤੋਪਾਂ ਭੇਜਣ ਵਾਲੀ ਕਿਹੜੀ ਗੱਲ ਸੀ? ਨਹੀਂ, ਸਾਡੇ ਨਾਲ ਇਹ ਕੁਝ ਵਾਪਰਿਆ। ਪਰ ਵਾਪਰਨ ਤੋਂ ਬਾਅਦ ਜਿੰਨੀ ਵੱਡੀ ਪੱਧਰ ਤੇ ਕਲਗੀਧਰ ਪਾਤਸ਼ਾਹ ਦੀ ਕੌਮ ਦੇ ਵਿੱਚ ਜਾਗਰਤੀ ਆਈ, ਜਿੰਨਾ ਸਾਧ ਸੰਗਤ ਦੀ ਸਿੱਖੀ ਦਾ ਪ੍ਰਚਾਰ ਹੋਇਆ, ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ ਗੱਲ ਸਾਨੂੰ ਯਾਦ ਆਈ। ਕਹਿੰਦੇ ਕਿ ਮੇਰੇ ਤੋਂ ਬਾਅਦ ਦੇਖਿਓ 10 ਗੁਣਾ ਨਹੀਂ 100 ਗੁਣਾ ਪ੍ਰਚਾਰ ਹੋਏਗਾ। ਨਹੀਂ ਹੋਇਆ। ਉਹ ਹੋਇਆ ਸਾਧ ਸੰਗਤ ਜੀ। ਇਸ ਵਾਸਤੇ ਸਾਨੂੰ ਸਭਨਾਂ ਨੂੰ ਮੈਂ ਅਖੀਰ ਵਿੱਚ ਬੇਨਤੀ ਕਰਾਂ ਕਿ ਸਾਨੂੰ ਕੇਵਲ ਜਜ਼ਬਾਤੀ ਨਹੀਂ, ਸਾਨੂੰ ਤੇ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਦਿਨਾਂ ਦਾ ਐਨਾਲਿਸਿਸ ਕਰਨਾ ਚਾਹੀਦਾ ਕਿ ਕੀ ਉਹਦੇ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀ, ਅਸੀਂ ਉਹਨਾਂ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ ਹੈ ਕਿ ਜਿੱਥੇ ਅਸੀਂ ਧਰਮ ਪ੍ਰਚਾਰ ਕਰ ਸਕਦੇ ਸੀ ਕਰਿਆ ਸੀ, ਕਿ ਜਿੱਥੇ ਰਾਜਨੀਤਿਕ ਤੌਰ ਤੇ ਅਸੀਂ ਆਪਣੇ ਸਟੇਟਸ ਨੂੰ ਬਣਾ ਕੇ ਰੱਖਣਾ ਸੀ ਅਸੀਂ ਰੱਖਿਆ, ਤੇ ਕਿ ਜਿੱਥੇ ਇੱਥੇ ਨੌਜਵਾਨੀ ਦੇ ਰੂਪ ਵਿੱਚ ਸਮੁੱਚੀ ਕੌਮ ਨੂੰ ਸੰਤ ਜਰਨੈਲ ਸਿੰਘ ਜੀ ਦੇ ਇਸ ਫਲਸਫੇ ਬਾਰੇ ਵੀ ਆਪਣੇ ਬੱਚਿਆਂ ਨੂੰ ਸਮਝਾਇਆ। ਨਹੀਂ, ਉਹ ਪੱਖ ਛੱਡ ਗਏ। ਉਹ ਤੇ ਇੱਕ ਬੜਾ ਸਿੰਪਲ ਜਿਹਾ ਕੰਮ ਵੀ ਸਾਦੇ ਵਿਆਹ ਕਰੋ, ਫालतू ਖਰਚ ਨਾ ਕਰੋ, ਆਪਣੇ ਸਰੀਰਾਂ ਨੂੰ ਨਸ਼ਿਆਂ ਤੋਂ ਬਚਾਓ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਕੇ ਮੇਰੇ ਭਰਾ ਬਣੋ। ਸਿੱਧੀਆਂ ਜੀਆਂ ਗੱਲਾਂ ਤੇ ਸਾਡੇ ਫਾਇਦੇ ਦੀਆਂ ਗੱਲਾਂ। ਸਾਧ ਸੰਗਤ ਜੀ, ਉਹਨਾਂ ਗੱਲਾਂ ਨੂੰ ਸਹਿਜੇ ਸਹਿਜੇ ਅਸੀਂ ਛੱਡ ਗਏ। ਫਿਰ ਲਾਭ ਕੀ ਹੋਇਆ? ਅਸੀਂ 2 ਕਦਮ ਗਾਂਹ ਤੁਰੇ, ਅਸੀਂ ਨਾਅਰੇ ਤਾਂ ਲਾਏ, ਅਸੀਂ ਰੀਸਾਂ ਵੀ ਕੀਤੀਆਂ, ਸੰਤ ਜਰਨੈਲ ਸਿੰਘ ਦੀਆਂ ਰੀਸਾਂ ਵੀ ਕੀਤੀਆਂ, ਲੰਮੇ ਕਦਮੀ ਤੁਰਨ ਦੀ ਯਤਨ ਕੀਤੇ, ਉਹੋ ਜਿਹੇ ਪ੍ਰਚਾਰ ਕਰਨ ਦੇ ਵੀ ਯਤਨ ਕੀਤੇ, ਉਹ ਜੀ ਭਾਸ਼ਾ ਬੋਲਣ ਦੇ ਯਤਨ ਕੀਤੇ। ਪਰ ਅੰਦਰ ਸਾਡੇ ਉਹ ਸਤਿਗੁਰੂ ਦੀ ਬਖਸ਼ੀ ਹੋਈ ਦਾਤ ਨਹੀਂ ਪ੍ਰਾਪਤ ਹੋਈ, ਕਿਉਂਕਿ ਉਸ ਰਸਤੇ ਤੇ ਨਹੀਂ ਤੁਰੇ। ਉਹ ਤੇ ਇੱਕ ਨਾਮ ਜਪਣ ਵਾਲਾ ਸਾਧੂ, 8 ਪੈਰ ਜਿਹਦੇ ਰੋਮ ਰੋਮ ਸਿਮਰਨ ਸੀ। ਸਾਧ ਸੰਗਤ, ਜਿਹਦੇ ਯਥਾਰਥ ਵਚਨ ਸਧਾਰਨ ਤੌਰ ਤੇ ਕਹੇ ਹੋਏ ਵੀ ਪੂਰੇ ਹੁੰਦੇ ਸੀ। ਇੱਕ ਨੇ ਨਹੀਂ, ਹਜ਼ਾਰਾਂ ਨੇ ਆਪਾਂ ਵੇਖੇ ਹੋ, ਅੱਜ ਜਿਉਂਦੇ ਜਾਗਦੇ ਹੋ ਬੈਠੇ ਨਾ। ਤੇ ਫਿਰ ਸਤਿਗੁਰੂ ਦੇ ਚਰਨਾਂ 'ਚ ਆਪਾਂ ਇਕੱਠਿਆਂ ਹੋ ਕੇ ਅਰਦਾਸ ਹੀ ਕਰ ਲਈਏ ਕਿ ਮਹਾਰਾਜ
तेरे घरे तो कोई घाटा नहीं, तू तो खालसा फौज साजी है, तो अज तेरी खालसा फौज नूं जरूरत है अपने राज दी, अपने निशान दी, ताकि तेरी फौज तेरी कौम अपनी होनी दे फैसले लै सके, अपने धर्म दे फैसले लै सके। आप अरदास तो कर सकते हैं, आप तो अरदास भी नहीं करते। अरदास भी अपने ट्रकों ट्रालियां ट्रैक्टर कारां दी करते हैं, महाराज सानू होर दे दी, वो भी करी चलो। पर साझे रूप दे विच साध संगत सानू इस पासे अगे वधना चाहिए कि सतगुरु पातशाह जी साडे ते कर किरपा, साडे ते रहमत कर, साडे दिलां दे विच प्रभु भगती दी वो खुशबू भर दे, जिहदे करके असीं ईरखा तो उपर उठ के, असीं एक दूजे की बदनामी करन तो उपर उठ के साडे चों बेभरोसगी खत्म हो जावे, ते सतगुरु जी असीं तेरे दर ते बैठ के उन्हां कदमां नूं अगे वधाईए जिन्हां दलीजां ते चल चल के एक नहीं सैकड़े गुरु के परवाने अपना आप कुर्बान करके चमकौर दी गढ़ी दा इतिहास दोहरा गए। साध संगत जी वो लख लिखी जान, पर दिल विच उन्हां नूं पता कि साडे नाल की वापरिया। हुण एक गल चलदी है कि एक ट्रुथ कमिशन बनाया जाए, एक सच्चा कमिशन जिहड़ा पड़चोल करे। साध संगत जी कदों बनेगा? 40 साल हो गए तो ट्रुथ कमिशन के चश्म की गवाही ना रहे, फिर बनाओगे? बना लो। ट्रुथ कमिशन दे विच सानू एक गल ही साबित कर देवे कि यह हमला क्यों होया, इत्थे फौज क्यों चाड़ी। बना लो, ट्रुथ कमिशन बनाओ। इत्थे अज चश्मदीद गुरमुख प्यारियां संगतां बैठियां ने, संप्रदावां बैठियां ने, संप्रदावां दे मुखी बैठे ने, इत्थे राजनीतिक आगू बैठे ने। बनाओ, पता लगे। हाँ, पर बनाओ सेंटर की सहमति नालों अपने 2 बंदे 3 बंदे दे देवे कमिशन दे विच, साडे भी बंदे लाओ, उन्हां दे भी लाओ, सिख कौम दे भी नुमाइंदे होण, ते फिर ट्रुथ कमिशन सच नूं सामने लियावे, दुनिया नूं दस्सिया जा सके, एक पासड़ गल्लां खत्म हो जाण। ये की कहंदे आ भी ट्रुथ कमिशन बनाओ, ते आ जिहड़ा जून 84 का घलूघर है, इहदे ते हमेशा वास्ते मिट्टी पाओ। पै जू? तुसीं उस देश दे वसनीक हैं जिथे सदियां बीतियां, सतयुग तो लैके रावण दे पुतले फूकते आ रहे हैं। रावण ने देश नहीं सिखोया, धर्म की हानि ते टैंक नहीं सी चढ़ाए, उन्हें किसी की पत नहीं सी लुट्टी। एक छोटी जी घटना कर्म तो तुसीं हर साल उहदे पुतले फूकदे हो। ते सानू नेश तो नबूस करन वास्ते टैंक ते तोपां चाढ़े, साडे धर्मां दी गुरु ग्रंथ साहब की बेअदबी की, धन गुरु ग्रंथ साहब जी नूं भी गोलियां वजियां, ते सानू ट्रुथ कमिशन बना के कहने मिट्टी पाओ। ट्रुथ कमिशन बनाओ ताकि तुहाडा मनहूस चेहरा दुनिया के सामने नंगा करिए, पर असी जून 84 नहीं भुल सकते, ये नहीं भुल सकते। इस वास्ते साध संगत जी आपां सबनां नूं ही सतगुरु के चरणों च यही अरदास बेनती जोदड़ी करनी चाहिए है कि सतगुरु पातशाह जिन्हां गुरसिखां ने अपना आप निशावर करके श्रीमान संत बाबा जरनैल सिंह खालसा की अगवाई विच ये सब कुछ कर दिखाया, वो तो धन ने, उन्हां दी कमाई धन है, उन्हां दा सिमरन धन है, वो तो प्रमाण है ही है। पर सानू उन्हां दी इस कुर्बानी तो जज्बे तो सिक्ख्या लैके भी अगांह वास्ते सिख कौम की होनी वास्ते भावें करना वही है जो गुरु महाराज ने करना है, पर भाई सानू अरदास बेनती जोदड़ी करने वास्ते उद्यम उपराला करना चाहिए। सतगुरु जी जरूर साडे ते रहमत करनगे, किरपा करनगे, क्योंकि ये तो उन्हां नाल ते वापर गया। अणकाए रातरिया वाट दुहेली राम, पाप कमाम दिया तेरा कोई न बेली राम। तो सतगुरु रहमत करन, किरपा करन, सानू खंडे बाटे दे अमृत की दात देन, सानू आपसी एकता इतफाक बख्शिश करन, ताकि असी धन गुरु ग्रंथ साहब की छतर छाया हेठ इकट्ठे होके सिख कौम के खालसा राज की नींह रख सकीए, खालसा राज का आनंद माण सकीए,
ਸਤਿਗੁਰੂ ਸੱਚੇ ਪਾਤਸ਼ਾਹ ਇਹ ਬਖਸ਼ਿਸ਼ਾਂ ਕਰਦੇ ਨੇ। ਇੰਨੀਆਂ ਬੇਨਤੀਆਂ ਭਾਈ। ਵਾਹਿਗੁਰੂ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ। ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ। ਮੈਂ ਸਾਰੇ ਪੱਖ ਨਹੀਂ ਸੀ ਰੱਖ ਸਕਦਾ, ਬਹੁਤ ਸਾਰੇ ਪੱਖ ਰਹਿ ਗਏ, ਕੋਈ ਗੁੱਸਾ ਨਾ ਕਰੇ ਇਸ ਵਾਸਤੇ, ਕਿਉਂਕਿ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਉਨੀ ਰੱਖ ਸਕਦਾ ਸੀ ਨਾ, ਪਰ ਬਹੁਤ ਵੱਡਾ ਪੱਖ ਹੈ ਇਹ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਤੁਸੀਂ ਸਾਰੇ ਸਿਆਣੇ ਹੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।